ਪੰਦੇਰ ਸਾਹਿਬ, ਚੋਣਾਂ ਮੁਕੰਮਲ ਹੋ ਗਈਆਂ ਨੇ। ਹੁਣ ਸਾਰੇ ਸੂਬਿਆਂ ਦੇ ਵਿੱਚ ਐਗਜ਼ਿਟ ਪੋਲਸ ਆਉਣੀਆਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਐਗਜ਼ਿਟ ਪੋਲਸ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਨੇ ਜੀ? ਵਾਸੂ ਜੀ, ਕੱਲ ਜਿਹੜਾ ਸੀ ਆਖਰੀ ਫੇਜ਼ ਦੀਆਂ ਚੋਣਾਂ ਜਿਹੜੀਆਂ ਸੀ, ਪੋਲਿੰਗ ਜਿਹੜੀ ਯੂਪੀ ਦੇ ਵਿੱਚ ਮੁਕੰਮਲ ਹੋ ਗਈ। ਬੜੀ ਲੋ ਟਰਨ ਆਊਟ ਹੋਇਆ ਉੱਥੇ, ਕੋਈ 55% ਦੇ ਆਸ-ਪਾਸ ਕਿਹਾ ਜਾਂਦਾ। ਤੇ ਇਸ ਦੇ ਜਿਹੜੀਆਂ ਬਾਕੀ ਦੀਆਂ ਪਹਿਲੇ 6 ਸੀ ਉਹਨਾਂ ਸਭ ਤੋਂ ਘੱਟ ਪੋਲਿੰਗ ਉੱਥੇ ਹੋਈ। ਉਸ ਤੋਂ ਬਾਅਦ ਪਰ ਜਿਹੜੀ ਉਹ ਖੈਰ ਉਹ ਤਾਂ ਇੱਕ ਪਾਸੇ ਦੀ ਗੱਲ ਹੈ, ਸਾਡੇ ਸਰੋਤਿਆਂ ਨੂੰ ਜ਼ਿਆਦਾ ਉਸ ਦੇ ਵਿੱਚ ਦਿਲਚਸਪੀ ਨਹੀਂ ਹੋਏਗੀ। ਪਰ ਉਹਦੇ 'ਚ ਜ਼ਰੂਰੀ ਸੀਗਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਹਦਾਇਤ ਸੀ ਕਿ ਜਦੋਂ ਪੋਲਿੰਗ ਖਤਮ ਹੋ ਜਾਏ ਉਸ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਆਪਣੇ ਰਿਜ਼ਲਟ ਦੇ ਸਕਦੇ ਹੋ ਜੀ। ਪੰਜਾਬ ਦੇ ਵਿੱਚ ਜਿਹੜੀ ਪੋਲਿੰਗ ਸੀ ਉਹ 20 ਫਰਵਰੀ ਨੂੰ ਹੋ ਗਈ ਸੀ ਔਰ ਐਗਜ਼ਿਟ ਪੋਲ ਕਰਨ ਦਾ ਚਲੋ ਕਿਸ ਤਰ੍ਹਾਂ ਤਰੀਕਾ ਵਾ, ਮੈਂ ਜ਼ਾਤੀ ਤੌਰ ਤੇ ਮੈਂ ਆਪਣੇ ਸਰੋਤਿਆਂ ਨੂੰ ਪਹਿਲਾਂ ਕਹਿ ਦਿੰਦਾ ਕਿ ਮੈਂ ਜ਼ਾਤੀ ਤੌਰ ਤੇ ਐਗਜ਼ਿਟ ਪੋਲਸ ਦੇ ਬਿਲਕੁਲ ਖਿਲਾਫ ਹਾਂ ਔਰ ਮੈਂ ਇਹਨਾਂ ਨਾਲ ਇਤਫਾਕ ਨਹੀਂ ਰੱਖਦਾ। ਮੈਂ 30 ਸਾਲਾਂ ਦਾ 1992 ਤੋਂ ਲੈ ਕੇ ਹੁਣ ਤੱਕ ਆਲਮੋਸਟ ਸਾਰੀਆਂ ਚੋਣਾਂ ਕਵਰ ਕੀਤੀਆਂ ਨੇ। ਇਹਨਾਂ ਦਾ ਢੰਗ ਤਰੀਕਾ ਇਹ ਕਿਸ ਤਰ੍ਹਾਂ ਕਰਦੇ ਨੇ, ਇਹ ਨਾ ਤਾਂ ਪ੍ਰੈਸ ਦੇ ਸਾਹਮਣੇ ਆਉਂਦੇ ਨੇ, ਇੱਕ ਕਿਸੇ ਮੀਡੀਆ ਹਾਊਸ ਦੇ ਨਾਲ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਇਹਨਾਂ ਦਾ ਟਾਈ ਅਪ ਹੁੰਦਾ ਤੇ ਆਪਣਾ ਇਹ ਕਰਦੇ ਰਹਿੰਦੇ ਆ। ਜੇ ਵਾਸੂ ਜੀ, ਆਈ ਥਿੰਕ ਇਟ ਵੁੱਡ ਬੀ ਫੈਂਟੈਸਟਿਕ ਜੇ ਅਸੀਂ ਇੱਕ ਹੋਰ ਪੋਲ ਵੀ ਸਟਾਰਟ ਕਰ ਲਈਏ ਕਿ ਅਲੱਗ-ਅਲੱਗ ਪੀੜ੍ਹੀਆਂ ਦੇ ਲੋਕ ਜਿੰਨੇ ਕੁ ਵੀ ਹੈਗੇ ਆ ਉਹ ਇਹ ਦੱਸਣ ਕਿ ਆ ਜਿਹੜੀਆਂ ਕੰਪਨੀਜ਼ ਨੇ, ਬਹੁਤ ਸਾਰੀਆਂ ਪੋਲਸਟਰਸ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹਨਾਂ ਦੇ ਬੰਦਿਆਂ ਨੇ ਤੁਹਾਨੂੰ ਕਦੇ ਕੰਟੈਕਟ ਵੀ ਕੀਤਾ? ਮੈਂ 1992 ਤੋਂ ਬਾਅਦ ਇਹ ਕਹਿੰਦਾ ਵੀ ਪੰਜਾਬ ਦੀਆਂ ਜਿਹੜੀਆਂ ਮੇਨ ਚੋਣਾਂ ਹੁਣ ਅਸੀਂ ਮਾਡਰਨ ਈਰਾ ਦੀ ਗੱਲ ਕਰ ਸਕਦੇ ਹਾਂ, ਮੈਨੂੰ ਤਾਂ ਕਦੇ ਟੱਕਰੇ ਨਹੀਂ ਹੈ। ਸੋ ਚਲੋ ਫਿਲਹਾਲ ਇਹਦੇ ਵਿੱਚ ਕਈ ਲੋਕਾਂ ਦਾ ਦਿਲਚਸਪੀ ਹੁੰਦੀ ਆ ਔਰ ਸਭ ਤੋਂ ਵੱਡੀ ਜਿਹੜੀ ਦਿਲਚਸਪੀ ਆ ਵਾਸੂ ਜੀ ਇਹਦੇ 'ਚ ਸੱਟਾ ਬਾਜ਼ਾਰ ਵਾਲਿਆਂ ਦੀ ਹੁੰਦੀ ਹੈ। ਐਗਜ਼ਿਟ ਪੋਲ ਹੁਣ 20 ਤਰੀਕ ਨੂੰ ਅਸੀਂ ਵੋਟਾਂ ਪਾਤੀਆਂ, ਅੱਜ ਭਾਰਤ ਦੇ ਵਿੱਚ 8 ਤਰੀਕ ਹੈ, ਕੱਲ ਦਾ ਦਿਨ ਵਿੱਚ ਰਹਿ ਗਿਆ, ਚਲੋ ਅੱਜ ਦਾ ਦਿਨ ਵੀ ਪਾ ਲਓ ਤਾਂ 10 ਤਰੀਕ ਨੂੰ ਇਸ ਵੇਲੇ ਤੱਕ ਰੁਝਾਨ ਆਣੇ ਸ਼ੁਰੂ ਹੋ ਜਾਣੇ ਨੇ। ਤੁਸੀਂ ਕਹ ਲਓ 48 ਵੀ ਕੋਈ 48 ਵੀ 36 ਘੰਟੇ ਦੀ ਗੱਲ ਹੋਰ ਹੈ। ਸੋ ਜਾਂ ਜਿਹੜੇ ਐਗਜ਼ਿਟ ਪੋਲ ਆਏ ਇਹ 48 ਘੰਟੇ ਪਹਿਲਾਂ ਆਏ। ਜੇ 20 ਤਰੀਕ ਤੋਂ ਲੈ ਕੇ ਅਸੀਂ 7 ਤਰੀਕ ਤੱਕ ਇੰਤਜ਼ਾਰ ਕਰ ਸਕਦੇ ਹਾਂ ਤੇ 3 ਦਿਨਾਂ ਨਾਲ ਕੀ ਫਰਕ ਪੈਣਾ ਸੀ। ਸੋ ਪਰ ਇਹਦੇ 'ਚ ਸੱਟਾ ਬਾਜ਼ਾਰ ਜਿਹੜਾ ਹੈ ਉਹ ਕਰੋੜਾਂ ਦਾ ਲੈਣ ਦੇਣ ਇਹਦੇ 'ਚ ਹੁੰਦਾ, ਸ਼ਰਤਾਂ ਲੱਗਦੀਆਂ, ਸਭ ਕੁਝ ਲੱਗਦਾ ਉਹ। ਸੋ ਇਸ ਮੈਂ ਬੈਕਗਰਾਊਂਡ ਦੇਣੀ ਚਾਹੁੰਦਾ ਸੀ। ਪਰ ਹੁਣ ਜਿਹੜੀ ਬਹੁਤ ਇੰਪੋਰਟੈਂਟ ਹੈ, ਜਿਹੜੀ ਇੰਪੋਰਟੈਂਟ ਹੈ ਸਾਰਿਆਂ ਦੇ ਵਾਸਤੇ, ਲੋਕੀ ਦਿਲਚਸਪੀ ਕਰਦੇ ਨੇ ਇਹਦੇ 'ਚ, ਬਹੁਤ ਸਾਰੀਆਂ ਪ੍ਰੈਡਿਕਸ਼ਨਸ ਆਈਆਂ ਨੇ। ਇੰਨੇ ਐਗਜ਼ਿਟ ਪੋਲ ਨੇ, ਸਾਰਿਆਂ ਦਾ ਸ਼ਾਇਦ ਸਾਨੂੰ ਵੇਰਵਾ ਦੇਣਾ ਮੁਸ਼ਕਲ ਹੋਏਗਾ। ਜਿਹੜੀ ਪੰਜਾਬ ਦੀ, ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਜੀ, ਤੇ ਪੰਜਾਬ ਦੇ ਵਿੱਚ ਇੰਡੀਆ, ਇਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ 51 ਸੀਟਾਂ ਤੋਂ ਲੈ ਕੇ ਆਲਮੋਸਟ 100 ਸੀਟਾਂ ਤੱਕ ਜਿਹੜੀ ਵੇਰੀਏਸ਼ਨ ਆ, ਜਿਹੜੇ 4 ਮੇਜਰ ਐਗਜ਼ਿਟ ਪੋਲਸ ਨੇ ਇਹਨਾਂ 'ਚ ਮੈਂ ਜਿਨ੍ਹਾਂ ਨੂੰ ਅਸੀਂ ਗੱਲ ਕਰਾਂਗੇ ਉਹ ਇੰਡੀਆ ਟੁਡੇ ਐਕਸਿਸ ਦਾ ਹੈਗਾ, ਟਾਈਮਜ਼ ਨਾਓ ਦਾ ਵੀਟੋ ਆ, ਨਿਊਜ਼ 24 ਦਾ ਚਨਕਿਆ ਦੇ ਨਾਲ ਹੈ, ABP ਦਾ ਸੀ ਵੋਟਰ ਦੇ ਨਾਲ। ਸੀ ਵੋਟਰ ਨੂੰ ਕਾਫੀ ਜਿਹੜੀ ਹੈਗੀ ਹੈ ਜਿਹੜੀ ਰਿਸਪੈਕਟ ਮਿਲਦੀ ਹੈ, ਪਰ ਸੀ ਵੋਟਰ 2017 ਦੇ ਵਿੱਚ ਜਿਹੜਾ ਸੀ ਉਹ ਇਹੋ ਜਿਹਾ ਹੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਾ ਰਹੇ ਸੀ ਔਰ ਜਿਹੜੀ ਸੀ ਕੋਈ 60 ਸੀਟਾਂ ਤੱਕ ਉਹ ਦੇ ਰਹੇ ਸੀ, 65 ਸੀਟਾਂ ਤੱਕ, ਪਰ ਆਮ ਆਦਮੀ ਪਾਰਟੀ ਦੀਆਂ ਨਿਕਲੀਆਂ ਸੀ 20। ਐਤਕੀ ਵੀ ਜਿਹੜੇ ਹੈਗੇ ਆ ਸੀ ਵੋਟਰ ਜਿਹੜਾ ਹੈ ਪੰਜਾਬ ਦੇ ਵਿੱਚ 51 ਤੋਂ 61 ਸੀਟਾਂ ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ 22 ਤੋਂ 28, ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੂੰ 20 ਤੋਂ 26 ਤੇ ਬੀਜੇਪੀ ਨੂੰ 7 ਤੋਂ 13 ਤੱਕ। ਹੋਰ ਬਾਕੀ ਜਿਸ ਤਰ੍ਹਾਂ ਲੋਕ ਪਿਛਲੀ ਵਾਰੀ ਲੋਕ ਇਨਸਾਫ ਪਾਰਟੀ ਵਗੈਰਾ ਨੂੰ 2 ਸੀਟਾਂ ਮਿਲੀਆਂ ਸੀ, ਐਤਕੀ ਕਿਸੇ ਨੂੰ ਸੀਟਾਂ ਹੋਰਾਂ ਨੂੰ ਨਹੀਂ ਦੇ ਰਹੇ। ਇਹਦਾ ਮਤਲਬ ਇਹ ਜਿਹੜਾ ਸੰਯੁਕਤ ਸਮਾਜ ਮੋਰਚਾ ਉਹਨੂੰ ਵੀ ਕੋਈ ਸੀਟ ਨਹੀਂ ਦੇ ਰਹੇ। ਇਹਦੇ ਵਿੱਚ ਜਿਹੜਾ ਇੰਡੀਆ ਟੁਡੇ ਔਰ ਇੰਡੀਆ ਟੁਡੇ ਐਕਸਿਸ ਦਾ ਜਿਹੜਾ ਹੈਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 76 ਤੋਂ 90, ਕਾਂਗਰਸ ਨੂੰ 19 ਤੋਂ 31, ਅਕਾਲੀ ਦਲ ਨੂੰ 7 ਤੋਂ 11 ਔਰ ਬੀਜੇਪੀ ਨੂੰ 1 ਤੋਂ 4 ਇਹ ਦੇ ਰਿਹਾ। ਅਦਰਜ਼ ਨੂੰ 2 ਸੀਟਾਂ ਤੱਕ ਅਦਰਜ਼ ਨੂੰ ਵੀ ਦੇ ਸਕਦੇ ਆ। ਉਹਦੇ ਵਿੱਚ ਲੋਕ ਇਨਸਾਫ ਪਾਰਟੀ ਆਉਂਦੀ ਹੈ ਕਿ ਸੰਯੁਕਤ ਸਮਾਜ ਮੋਰਚਾ ਹੁੰਦਾ, ਉਹਦਾ ਸਾਨੂੰ ਵੇਰਵਾ ਮੇਰੇ ਕੋਲ ਸਾਹਮਣੇ ਨਹੀਂ ਹੈਗਾ। ਟਾਈਮਜ਼ ਨਾਓ ਵੀਟੋ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ 70, ਅਕਾਲੀ ਦਲ ਨੂੰ 19, ਕਾਂਗਰਸ ਨੂੰ 22, ਬੀਜੇਪੀ ਨੂੰ 5 ਤੇ ਬਾਕੀਆਂ ਨੂੰ 1।
ਸੋ ਚਨਕਿਆ ਦਾ ਅਸੀਂ ਦੱਸ ਚੁੱਕੇ ਹਾਂ। ਚਨਕਿਆ ਜਿਹੜਾ ਹੈਗਾ ਜੀ ਉਹ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਉਹਦਾ ਹੁੰਜਾ ਹੀ ਫੇਰਨ ਦੀ ਗੱਲ ਕਰਦੇ, ਜਿਸ ਤਰ੍ਹਾਂ ਆਮ ਲੋਕੀ ਕਹਿੰਦੇ ਜੀ ਝਾੜੂ ਚੱਲੇਗਾ। ਉਹ ਆਮ ਆਦਮੀ ਪਾਰਟੀ ਨੂੰ 100 ਸੀਟਾਂ, ਕਾਂਗਰਸ ਨੂੰ ਦੇ ਰਿਹਾ 10, ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੂੰ 6, ਬੀਜੇਪੀ ਨੂੰ 1 ਤੇ ਬਾਕੀਆਂ ਵਾਸਤੇ ਕੋਈ। ਇਹਦੇ ਨਾਲ ਇੱਕ ਹੋਰ ਜਿਹੜਾ ਸਰਵੇ ਜਿਹੜਾ ਮੈਂ ਉਹ ਮੇਰੇ ਕੋਲ ਉਹਦੀ ਇਸ ਵੇਲੇ ਉਹਦੀ ਰਿਜ਼ਲਟ ਨਹੀਂ ਹੈ ਪੂਰੇ ਸਾਹਮਣੇ, ਉਹ ਹੈਗਾ ਹਿੰਦੀ ਦਾ ਅਖਬਾਰ ਆ ਦੈਨਿਕ ਭਾਸਕਰ, ਹਿੰਦੀ ਦਾ ਸਭ ਤੋਂ ਵੱਡਾ ਅਖਬਾਰ ਆ ਭਾਰਤ ਦਾ। ਉਹਨਾਂ ਨੇ ਆਪਣਾ ਸਰਵੇ ਕੀਤਾ। ਉਹਨਾਂ ਨੇ ਹੰਗ ਜਿਹੜੀ ਹੈਗੀ ਆ ਅਸੈਂਬਲੀ ਦੇ ਆਸ-ਪਾਸ ਉਹਨਾਂ ਨੇ ਗੱਲ ਕੀਤੀ ਆ ਤੇ ਉਹਨਾਂ ਨੇ ਇਹ ਦਰਸਾਇਆ ਕਿ 30-35 ਸੀਟਾਂ ਦੇ ਆਸ-ਪਾਸ ਬਈ 25 ਤੋਂ 35 ਤੱਕ ਇਸ ਜਿਹੜੀਆਂ ਮੇਨ ਪਾਰਟੀਆਂ ਨੇ ਆਮ ਆਦਮੀ ਪਾਰਟੀ, ਕਾਂਗਰਸ ਔਰ ਅਕਾਲੀ ਦਲ, ਇਹਨਾਂ ਨੂੰ ਉਸ ਸ਼੍ਰੇਣੀ ਦੇ ਵਿੱਚ ਰੱਖਿਆ ਤੇ ਕੁਝ 5-7 ਸੀਟਾਂ ਬਾਹਰ ਵੀ ਰੱਖੀਆਂ ਨੇ। ਸੋ ਇਹ ਮੋਟੇ ਤੌਰ ਦੇ ਉੱਪਰ ਇਹ ਆਉਂਦਾ। ਪਰ ਜਿਹੜੀ ਉੱਤਰ ਪ੍ਰਦੇਸ਼ ਹੈ, ਜਿਹੜੀ ਸਭ ਤੋਂ ਵੱਡੀ, ਉੱਥੇ ਵੀ ਦਿਲਚਸਪੀ ਸਾਡੇ ਲੋਕਾਂ ਦੀ ਹੁੰਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਤੋਂ ਹੀ ਕਹਿੰਦੇ ਆ ਦਿੱਲੀ ਦਾ ਰਾਜ ਮਿਲਦਾ। 403 ਸੀਟਾਂ ਨੇ ਔਰ ਉਹਦੇ ਵਿੱਚੋਂ ਟੋਟਲ ਜਿਨ੍ਹਾਂ ਦੇ ਵਾਸਤੇ ਵੋਟਾਂ ਪਈਆਂ ਨੇ ਪੰਜਾਬ 'ਚ 117 ਨੇ, ਉੱਥੇ 403 ਨੇ। ਬਹੁਤ ਵੱਡੀ ਅਸੈਂਬਲੀ ਆ ਤੇ ਉੱਥੇ ਜਿਹੜਾ ਹੈਗਾ ਜਿਹੜੇ ਨਾਰਮਲ ਰਿਪੋਰਟਾਂ ਦੇ ਇਹ ਨੇ ਕਿ ਬੀਜੇਪੀ ਪਿਛਲੀ ਵਾਰੀ 300 ਪਲੱਸ ਦੇ ਆਸ-ਪਾਸ ਉਹ ਬੀਜੇਪੀ ਆਪਣੀਆਂ ਸੀਟਾਂ ਸੀ 300 ਪਲੱਸ ਆਪਣੀਆਂ 297 ਦੇ ਕੁਝ 7-8 ਅਲਾਈਜ਼ ਸੀਗੇ, ਉਹ 304 305 ਸੀਟਾਂ ਕਰ ਲਈਆਂ ਸੀ। ਪਰ ਐਤਕੀ ਉਹ ਹੁੰਦਾ ਸ਼ਾਇਦ ਨਾ ਨਜ਼ਰ ਆਵੇ, ਪਰ ਫਿਰ ਵੀ ਆ ਰਹੀਆਂ ਨੇ ਵੋਟਾਂ ਕਿ ਜਿਹੜੀ ਹੈਗੀ ਆ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਰਕਰਾਰ ਰਹੂਗੀ ਉੱਥੇ। ਹੁਣ ਫੇਰ ਕਹਿੰਦੇ ਜਿਹੜਾ ਸੀ ਵੋਟਰ ਹੈ ਉਹ ਪਿਛਲੀ ਵਾਰੀ ਤਾਂ 304 ਸੀ, ਉਹ ਐਤਕੀ 228 ਤੋਂ ਲੈ ਕੇ 244 ਸੀਟਾਂ ਤੱਕ ਰਾਜਿਆ। ਸਮਾਜਵਾਦੀ ਪਾਰਟੀ ਨੂੰ 132 ਤੋਂ ਲੈ ਕੇ 148 ਤੱਕ, ਬੀਐਸਪੀ ਨੂੰ 13 ਤੋਂ 21 ਤੱਕ, ਕਾਂਗਰਸ ਸਿੰਗਲ ਡਿਜਿਟ 'ਚ ਹੀ ਰਹੇਗੀ 4 ਤੋਂ 8, ਜਿਹੜੇ ਬਾਕੀ ਦੇ ਨੇ ਉਹਨਾਂ ਨੂੰ 2 ਤੋਂ 6। ਜਿਹੜਾ ਇੰਡੀਆ ਟੁਡੇ ਦਾ ਹੈ ਉਹ ਬੀਜੇਪੀ ਨੂੰ ਬਹੁਤ ਵੱਡੀ ਬਹੁਮਤ ਦੇ ਰਿਹਾ ਔਰ ਉਹ ਕਹਿ ਰਿਹਾ ਜੀ ਕਿ 288 ਤੋਂ ਲੈ ਕੇ 326 ਜਾਂ ਪਿਛਲੀ ਵਾਰੀ ਨਾਲੋਂ ਵੀ ਬੈਟਰ ਪਰਫਾਰਮੈਂਸ ਦੇ ਸਕਦੀ ਹੈ ਉਹਨਾਂ ਦੇ ਹਿਸਾਬ ਦੇ ਨਾਲ। ਸਮਾਜਵਾਦੀ ਪਾਰਟੀ 71 ਜਿਹੜੀ ਉਹਨਾਂ ਦੀ ਪਿਛਲੀ ਵਾਰੀ 70 ਸੀਟਾਂ ਸੀਗੀਆਂ, ਉਹਨਾਂ ਦੇ 19 ਕੇ 70 ਤੋਂ ਲੈ ਕੇ 101। ਬਹੁਜਨ ਸਮਾਜ ਪਾਰਟੀ ਜਿਹਦੀਆਂ ਪਿਛਲੀ ਵਾਰੀ 20 ਦੇ ਆਸ-ਪਾਸ ਸੀਗੀਆਂ ਜੀ, ਉਹਨਾਂ ਨੂੰ 3 ਤੋਂ 9 ਆ ਜਾਣਗੀਆਂ। ਕਾਂਗਰਸ ਦੀਆਂ 1 ਤੋਂ 3, ਬਾਕੀ ਦੀ 2 ਤੋਂ 3। ਸੋ ਇਸੇ ਤਰ੍ਹਾਂ ਇਹ ਹੈਗਾ। ਪਰ ਜਿਹੜੇ ਹੋਰ ਕਹਿ ਰਹੇ ਉੱਤਰਾਖੰਡ ਦੇ ਵਿੱਚ ਰਲਿਆ ਮਿਲਿਆ ਆ ਰਿਹਾ ਜੀ। ਉੱਥੇ ਕੁਝ ਜਿਹੜੇ ਪੋਲਸਟਰਸ ਨੇ ਉਹ ਜਿਸ ਤਰ੍ਹਾਂ ABP-C ਵੋਟ ਹੈਗਾ ਉਹ ਕਾਂਗਰਸ ਦੀ ਸਰਕਾਰ ਬਣਾ ਰਹੇ। ਉੱਥੇ 70 ਸੀਟਾਂ ਨੇ ਪਰ ਉੱਥੇ ਬਹੁਤ ਨੇੜੇ ਦਾ ਕੰਟੈਸਟ ਹੀ ਦਿਖਾ ਰਹੇ ਆ। ਜਿਹੜਾ ABP-C ਵੋਟਰ ਹੈ, ਜਿਹੜਾ ਮੈਂ ਫਿਰ ਆਪਣੀ ਗੱਲ ਕਰਦਾ ਕਿ ਉਹਨੂੰ ਜ਼ਿਆਦਾ ਰਿਸਪੈਕਟ ਮਿਲਦੀ ਹੈ, ਉਹਨੂੰ ਜ਼ਿਆਦਾ ਐਕੂਰੇਟ ਮੰਨਿਆ ਜਾਂਦਾ, ਪਰ ਗਲਤੀਆਂ ਉਹਨਾਂ ਤੋਂ ਵੀ ਹੁੰਦੀਆਂ ਨੇ। ਉਹ ਕਾਂਗਰਸ ਨੂੰ 32 ਤੋਂ 38, ਬੀਜੇਪੀ ਨੂੰ ਜਿਹੜੀ ਇਸ ਵੇਲੇ ਰੂਲਿੰਗ ਸਰਕਾਰ ਹੈ ਉਹਨੂੰ 26 ਤੋਂ 32। ਸੋ 32 ਜਿਹੜਾ ਹੈਗਾ ਉਹਦੇ ਆਸ-ਪਾਸ ਨੇ, 2 ਆਮ ਆਦਮੀ ਪਾਰਟੀ ਦੇ ਆਸ-ਪਾਸ ਆ ਸਕਦੀਆਂ ਨੇ ਤੇ 3 ਤੋਂ 7 ਜਿਹੜੇ ਇੰਡੀਪੈਂਡੈਂਟ ਜਾਂ ਹੋਰਾਂ ਨੂੰ ਵੀ ਮਿਲ ਸਕਦੀਆਂ ਨੇ। ਪਰ ਜਿਹੜਾ ਇੰਡੀਆ ਟੁਡੇ ਦਾ ਹੈਗਾ ਉਹ 36 ਤੋਂ 46 ਬੀਜੇਪੀ ਨੂੰ ਦੇ ਰਿਹਾ, ਕਾਂਗਰਸ ਨੂੰ 20 ਤੋਂ 30 ਦੇ ਰਹੇ ਨੇ, ਬੀਐਸਪੀ ਨੂੰ 2 ਤੋਂ 4, ਆਮ ਆਦਮੀ ਪਾਰਟੀ ਨੂੰ ਕੋਈ ਨਹੀਂ। ਟਾਈਮਜ਼ ਨਾਓ ਵੀਟੋ ਦਾ ਜਿਹੜਾ ਹੈਗਾ ਉਹ 37 ਬੀਜੇਪੀ ਨੂੰ, 31 ਜਿਹੜੀ ਹੈਗੀ ਆ ਕਾਂਗਰਸ ਨੂੰ, ਆਪ ਨੂੰ 1, ਅਦਰਸ ਨੂੰ 1। ਇਸੇ ਤਰ੍ਹਾਂ ਚਨਕਿਆ ਜਿਹੜਾ ਹੈਗਾ ਜੀ ਉਹ 43 ਬੀਜੇਪੀ ਨੂੰ ਦੇ ਰਿਹਾ, 24 ਉਹ ਤਾਂ ਬੀਜੇਪੀ ਦੀ ਸਰਕਾਰ ਸਿੱਧੇ ਬਣਾ ਰਿਹਾ ਤੇ 24 ਕਾਂਗਰਸ ਨੂੰ, ਬਾਕੀਆਂ ਨੂੰ 3। ਇਸੇ ਤਰ੍ਹਾਂ ਜਿਹੜੀ ਗੋਆ ਨਾ ਜੀ ਉਹਦੇ 'ਚ ਬੜਾ ਇੰਟਰਸਟਿੰਗ ਆ ਰਿਹਾ ਹੈ। ਮੇਰਾ ਹੋਰਾਂ ਦੀ ਵੀ ਗੱਲ ਕੀਤੀ ਆ, ਉੱਥੇ ਹੰਗ ਵਾਲੇ ਪਾਸੇ ਨੂੰ ਜਾ ਰਿਹਾ। ਕਦੇ ਇਹ ਵੀ ਜਾਰੀ ਹੈ ਕਿ ਬੀਜੇਪੀ ਆਪਣੇ ਆਪ ਨੂੰ ਮੇਨਟੇਨ ਕਰੇਗੀ ਕਿਉਂਕਿ ਜ਼ਿਆਦਾ ਨਹੀਂ। ਉੱਥੇ ਜਿਹੜੀ ਅਦਰਸ ਦੀ ਜਿਹੜੀ ਸ਼੍ਰੇਣੀ ਆ ਉਹਦੇ 'ਚ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹਨੂੰ ਵੀ ਉਹਦੀਆਂ ਪਿਛਲੀ ਵਾਰੀ ਸ਼ਾਇਦ 3 ਸੀਟਾਂ ਸੀਗੀਆਂ, ਉਹਦਾ ਇਹ ਕਿਹਾ ਜਾਂਦਾ ਕਿ ਸ਼ਾਇਦ ਉਹ ਆਪਣੀਆਂ ਵਧਾ ਲਵੇ ਉੱਥੇ ਸੀਟਾਂ। ਸੋ ਈਵਨ ਆਮ ਆਦਮੀ ਪਾਰਟੀ ਦਾ ਉੱਤਰਾਖੰਡ ਦੇ ਵਿੱਚ ਵੀ ਤੇ ਗੋਆ ਦੇ ਵਿੱਚ ਬੇਸ਼ੱਕ ਸੀਟਾਂ ਇੰਨੀਆਂ ਨਾ ਹੋਣ, ਉਹਨਾਂ ਦੀ ਵੋਟ ਪਰਸੈਂਟੇਜ ਇਨਕਰੀਜ਼ ਕਰਨ ਦੀ ਹੈਗੀ ਹੈ। ਪੰਜਾਬ ਦੇ ਵਿੱਚ ਵੀ ਜਿਹੜੀ ਵੋਟ ਪਰਸੈਂਟੇਜ ਦੀ ਗੱਲ ਅਲੱਗ-ਅਲੱਗ ਸਰਵੇਜ਼ ਕਰ ਰਹੇ ਆ ਕਿ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਆਪਣੀ ਜਿਹੜਾ ਵੋਟ ਪਰਸੈਂਟ ਹੈ ਉਹ ਪਿਛਲੀ ਵਾਰੀ ਆਲਮੋਸਟ 24% ਸੀਗਾ, ਉਹਨੂੰ ਵਧਾ ਕੇ 36% ਤੱਕ ਲਿਜਾ ਸਕਦੀ ਹੈ, ਜਿਹੜਾ ਬਹੁਤ ਵੱਡਾ ਅਚੀਵਮੈਂਟ ਹੋਏਗੀ। ਔਰ ਅਕਾਲੀ ਦਲ ਦੀ ਵੀ ਥੋੜੀ ਜਿਹੀ ਮਾਰਜਨਲ ਇਨਕਰੀਜ਼ ਦੱਸੀ ਹੋਈ ਹੈ, ਪਰ ਉਹ ਰਿਫਲੈਕਟ ਸੀਟਾਂ 'ਚ ਨਹੀਂ ਹੋਏਗਾ। ਕਾਂਗਰਸ ਦਾ ਜਿਹੜਾ ਹੈ ਬਹੁਤ ਸਾਰਾ ਵੋਟ ਬੈਂਕ ਉਹਨੂੰ ਖੋਰਾ ਲੱਗਣ ਦੀ
ਜਿਹੜੀ ਉਹ ਗੱਲ ਕਰਦੇ ਆ। ਸੋ ਮਣੀਪੁਰ ਦੇ ਵਿੱਚ ਤਾਂ ਫਿਰ ਜਿਹੜੀ ਉਹਦੀ ਇਹ ਕਹਿ ਰਿਹਾ ਕਿ ਬੀਜੇਪੀ ਦੀ ਸਰਕਾਰ ਹੀ ਬਣੇਗੀ। ਸੋ ਇਹ ਆਪਾਂ ਕਹਿ ਸਕਦੇ ਹਾਂ ਇੱਕ ਟੋਟਲ ਇੱਕ ਰਾਉਂਡ ਅਪ ਜਿਹਾ ਹੈ, ਬਰੀਫ ਜਿਹਾ ਕਹਿ ਸਕਦੇ ਜੀ। ਬਹੁਤ ਸਾਰੀਆਂ ਰਿਪੋਰਟਾਂ ਡਿਟੇਲ ਦੇ ਵਿੱਚ ਵੀ ਹੈ, ਨੈਟ ਦੇ ਉੱਤੇ ਬਹੁਤ ਖਬਰਾਂ ਵੀ ਨੇ ਬੜੀਆਂ ਸਾਰੀਆਂ, ਇਹਦੇ ਬਾਰੇ ਅਲੱਗ-ਅਲੱਗ ਇੰਟਰਪ੍ਰੀਟੇਸ਼ਨ ਵੀ ਨੇ। ਮਾਹਰ ਜਿਹੜੇ ਹੈਗੇ ਆ ਉਹ ਵੀ ਇਹਦੇ ਨਾਲ ਇਤਫਾਕ ਨਹੀਂ ਰੱਖ ਰਹੇ। ਬਾਕੀ ਦੇਸ਼ ਦੇ ਮੋਸਟਲੀ ਜਿਹੜੀ ਬੀਜੇਪੀ ਹੈ ਉਹ ਕਾਫੀ ਕੌਨਫੀਡੈਂਟ, ਉਹਦੇ ਜਿਹੜੇ ਜੇਪੀ ਨੱਡਾ ਕਹਿ ਰਹੇ ਜੀ ਇਹ ਜਿਹੜੇ ਪੋਲ ਸਰਵੇਜ਼ ਨੇ ਉਹਦੇ ਨਾਲ ਕਾਫੀ ਗੱਲ ਕਰ ਰਹੇ, ਔਰ ਉਹ ਤਾਂ ਇਹ ਕਹਿ ਰਿਹਾ ਕਿ 4 ਜਿਹੜੀਆਂ ਸਟੇਟਸ ਨੇ ਉਹਨਾਂ 'ਚ ਅਸੀਂ ਸਰਕਾਰ ਬਣਾਵਾਂਗੇ, ਯੂਪੀ, ਉੱਤਰਾਖੰਡ, ਗੋਆ ਔਰ ਮਣੀਪੁਰ, ਔਰ ਪੰਜਾਬ ਦੇ ਵਿੱਚ ਅਸੀਂ ਸਰਕਾਰ ਦੇ ਭਾਈਵਾਲ ਹੋਵਾਂਗੇ। ਸੋ ਉਹ ਕਾਫੀ ਕੌਨਫੀਡੈਂਟ ਨੇ। ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ। ਲੋਕਾਂ ਨੇ ਰਵਾਇਤੀ ਪਾਰਟੀਆਂ ਦਾ ਜਿਹੜਾ ਮਿਸਰੂਲ ਆ 1947 ਤੋਂ ਲੈ ਕੇ ਹੁਣ ਤੱਕ ਜਿਹੜਾ ਪੰਜਾਬ ਨੂੰ ਲੁੱਟਿਆ ਕੁੱਟਿਆ ਗਿਆ, ਜਿਹੜਾ ਉਹ ਗੱਲ ਕਰਦੇ ਆ, ਉਹ ਕਹਿੰਦੇ ਵੀ ਉਹਨੂੰ ਅਸੀਂ ਉਹਦਾ ਰਿਜ਼ਲਟ ਹੈ। ਹਰਪਾਲ ਚੀਮਾ ਦੀ ਸਟੇਟਮੈਂਟ ਆ ਰਹੀਆਂ ਨੇ। ਔਰ ਫਿਰ ਉਧਰਲੇ ਪਾਸੇ ਜਿਹੜੇ ਹੈਗੇ ਆ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਜੋ ਪ੍ਰਧਾਨ ਨੇ ਉਹਨਾਂ ਨੇ ਤਾਂ ਗੱਲ ਕਰਨ ਤੋਂ ਨਹੀਂ ਆਏ ਸਾਹਮਣੇ। ਚਰਨਜੀਤ ਚੰਨੀ ਦਿੱਲੀ ਗਏ ਸੀਗੇ, ਉੱਥੇ ਉਹਨਾਂ ਨੇ ਕੁਝ ਰਿਪੋਰਟਰ ਦੇ ਨਾਲ ਗੱਲ ਕੀਤੀ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਅਸਲੀ ਰਿਜ਼ਲਟ ਇਸ ਤੋਂ ਜੋ ਐਗਜ਼ਿਟ ਪੋਲਸ ਨੇ ਉਹ ਤੋਂ ਉਲਟ ਆਉਣਗੇ, ਸਰਕਾਰ ਕਾਂਗਰਸ ਦੀ ਉਹ ਬਣ ਜਾ ਰਹੀ ਹੈ। ਉਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ DS ਚੀਮਾ, ਉਹਨਾਂ ਨੇ ਵੀ ਇਹੀ ਕਿਹਾ ਕਿ ਇਹ ਜਿਹੜੇ ਪੋਲਸਟਰਸ ਨੇ ਜਾਂ ਜਿਹੜੇ ਇਹ ਐਗਜ਼ਿਟ ਪੋਲ ਨੇ ਇਹਨਾਂ ਦੇ ਰਿਜ਼ਲਟ ਠੀਕ ਨਹੀਂ ਹੈਗੇ, ਪਹਿਲਾਂ ਵੀ ਇਹ ਸਿੱਧ ਹੋ ਚੁੱਕਿਆ। ਮੈਂ ਆਪਣੇ ਸਰੋਤਿਆਂ ਨਾਲ ਥੋੜਾ ਜਿਹਾ ਇਹ ਐਗਜ਼ਿਟ ਪੋਲ ਕੀ ਹੁੰਦਾ ਜੀ ਸਪੈਸ਼ਲੀ ਜਿਹੜੇ ਸਾਡੇ ਸਰੋਤੇ ਨੇ ਉਹ ਜਦੋਂ ਆਪਾਂ ਗੱਡੀ ਚਲਾਉਂਦੇ ਆ ਹਾਈਵੇ ਸੜਕ ਤੇ ਸਾਨੂੰ ਐਗਜ਼ਿਟ ਦਾ ਬੋਰਡ ਮਿਲਦਾ, ਉਹ ਵੀ ਤੁਸੀਂ ਹਾਈਵੇ ਤੋਂ ਇੱਥੇ ਤੁਹਾਨੂੰ ਐਗਜ਼ਿਟ ਕਰਨਾ ਹੁੰਦਾ। ਸੋ ਜਿਹੜਾ ਜਿਹਨੂੰ ਅਸੀਂ ਪ੍ਰੋਪਰ ਐਗਜ਼ਿਟ ਪੋਲ ਇਹ ਹੁੰਦਾ ਕਿ ਜਦੋਂ ਵੋਟਰ ਵੋਟ ਪਾ ਕੇ ਆਪਣਾ ਪੋਲਿੰਗ ਬੂਥ ਚੋਂ ਬਾਹਰ ਆਉਂਦਾ, ਤੁਸੀਂ ਉੱਥੇ ਇਹਨਾਂ ਨੂੰ ਇੱਕ ਆਪਣਾ ਬੂਥ ਅਲੱਗ ਪੋਲਿੰਗ ਬੂਥ ਤੋਂ ਬਾਹਰ ਹੁੰਦਾ, ਉਹਨੂੰ ਵੋਟਰ ਨੂੰ ਰੋਕ ਕੇ ਇੱਕ ਡਮੀ ਤਰੀਕਾ ਹੁੰਦਾ, ਉਹਦੇ ਕੋਲੋਂ ਫੇਰ ਵੋਟ ਪਵਾਈ ਜਾਂਦੀ ਹੈ ਤੇ ਇਹ ਐਕਸਪੈਕਟ ਕੀਤਾ ਜਾਂਦਾ ਕਿ ਜਿਹੜਾ ਹੈਗਾ ਵੋਟਰ ਉਹੀ ਆਪਣੀ ਚੋਇਸ ਐਕਸਰਸਾਈਜ਼ ਕਰਦਾ। ਪਰ ਕਿਉਂਕਿ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨੇ ਕਿਸ ਤਰ੍ਹਾਂ ਵਾ ਇਹ ਕਿਵੇਂ ਇਹ ਐਗਜ਼ਿਟ ਪੋਲ ਕਰਦੇ ਨੇ, ਕਿਤੇ ਸਾਨੂੰ ਤਾਂ ਕੋਈ ਪੋਲਿੰਗ ਬੂਥ ਮੈਨੂੰ ਤਾਂ ਕਿਸੇ ਰਿਪੋਰਟਰ ਨੇ ਵੀ ਨਹੀਂ ਦੱਸਿਆ, ਸਾਡੇ ਮੇਰੇ ਜਿਹੜੇ ਜਿੰਨੇ ਕਲੀਗਸ ਨੇ ਉਹ ਕਿਵੇਂ ਕਰਦੇ ਨੇ, ਇਹ ਫੋਨ ਤੇ ਕਰਦੇ ਨੇ ਜਾਂ ਇਹਨਾਂ ਨੂੰ ਇਹ ਵੀ ਪਤਾ ਕਿਹਨੇ ਵੋਟ ਪਾਈ ਹੈ ਕਿਹਨੇ ਨਹੀਂ ਪਾਈ ਉਹ ਨਹੀਂ ਪਤਾ। ਦੂਸਰੀ ਗੱਲ ਐਤਕੀ ਜਿਹੜੀ ਮੇਰੀ ਆਪਣੀ ਅਸੈਸਮੈਂਟ ਆ ਪੰਜਾਬ ਦੀ ਕਿ ਪੰਜਾਬ ਭਰ ਦੀ ਇੱਕ ਚੋਣ ਮੈਨੂੰ ਨਜ਼ਰ ਨਹੀਂ ਆਈ। 117 ਹਲਕਿਆਂ ਦੇ ਵਿੱਚ ਉਹਨਾਂ ਦੀ ਵੱਖਰੀ ਵੱਖਰੀ ਚੋਣ ਸੀ ਔਰ ਉਹਨਾਂ ਦੇ ਵੱਖਰੇ ਵੱਖਰੇ ਰਿਜ਼ਲਟ ਸੀ। ਇਹ ਤੁਹਾਨੂੰ ਜਿਹੜੀ ਨਾਰਮਲ ਸਿਚੁਏਸ਼ਨਸ ਹੁੰਦੀਆਂ ਨੇ ਉਹ ਇੱਕ ਵੱਡੇ ਹਲਕੇ ਦੇ ਵਿੱਚ ਜਿਹੜੇ ਪੂਰਾ ਇੱਕ ਰੀਜਨ ਹੁੰਦਾ ਉਹਦੀਆਂ ਜਿਹੜੇ ਕਨਸਟੀਟੂਐਂਸੀਜ਼ ਹੁੰਦੀਆਂ ਉਹ ਇੱਕੋ ਜਿਹਾ ਬਿਹੇਵ ਕਰਦੀਆਂ। ਪੰਜਾਬ ਦੇ ਵਿੱਚ ਤੁਹਾਨੂੰ ਐਤਕੀ ਸ਼ਾਇਦ ਉਸ ਤਰ੍ਹਾਂ ਦੇਖਣ ਨੂੰ ਨਾ ਮਿਲੇ ਔਰ ਉਹ ਵੋਟ ਪਰਸੈਂਟੇਜ ਜਦੋਂ ਨਿਕਲਣਗੀਆਂ ਸਾਹਮਣੇ ਸਾਡੇ, ਉਦੋਂ ਜਦੋਂ ਉਹਨਾਂ ਦਾ ਐਨਾਲਿਸਿਸ ਕਰਾਂਗੇ ਉਦੋਂ ਸਾਨੂੰ ਗੱਲ ਕਈ ਜਿਹੜੇ ਮੁੱਦੇ ਨੇ ਉਦੋਂ ਸਪਸ਼ਟ ਹੋਣਗੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਪੰਦੇਰ ਸਾਹਿਬ, ਕਿਉਂਕਿ ਸੂਬਾਈ ਪੱਧਰ ਤੇ ਕੋਈ ਮੁੱਦੇ ਤਾਂ ਬਣੇ ਨਹੀਂ, ਸੋ ਮੁੱਦਿਆਂ ਤੇ ਤਾਂ ਚੋਣ ਲੜੀ ਨਹੀਂ ਗਈ, ਸੋ ਉਹਦੇ ਵਿੱਚ ਕੋਈ ਯੂਨੀਫਾਰਮਿਟੀ ਦਾ ਐਕਸਪੈਕਟੇਸ਼ਨ ਰੱਖਣੀ ਆਈ ਥਿੰਕ ਦੈਟਸ ਫਾਰ ਫੈਚਡ। ਪੰਦੇਰ ਸਾਹਿਬ, ਚਰਨਜੀਤ ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਜਾ ਕੇ ਮੁਲਾਕਾਤਾਂ ਕੀਤੀਆਂ ਨੇ, ਸੋ ਕੀ ਗੱਲਬਾਤ ਹੋਈ ਜੀ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ? ਵਾਸੂ ਜੀ, ਜਿਹੜੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਨੇ ਉਹ 5 ਤਰੀਕ ਜਿਹੜਾ ਅਸੀਂ ਗੱਲ ਕਰਦੇ ਸੀ ਉਦੋਂ ਪ੍ਰਗਟ ਹੋਏ, ਇਲੈਕਸ਼ਨ ਤੋਂ ਬਾਅਦ ਨਜ਼ਰ ਆਏ ਤੇ ਉਹ ਸਿੱਧਾ ਹੀ ਜਾ ਕੇ ਅਮਿਤ ਸ਼ਾਹ ਉਹਨਾਂ ਦੇ ਦਰਵਾਜ਼ੇ ਤੇ ਜਾ ਪਹੁੰਚੇ ਤੇ ਉਹ ਕਹਿੰਦੇ ਜੀ ਮੈਂ 2-3 ਗੱਲਾਂ ਦੇ ਉੱਤੇ ਅਮਿਤ ਸ਼ਾਹ ਉਹਨਾਂ ਦੇ ਨਾਲ ਕੀਤੀਆਂ ਨੇ। ਇੱਕ ਤਾਂ ਜਿਹੜੇ ਯੂਕਰੇਨ 'ਚ ਬੱਚੇ ਫਸੇ ਹੋਏ ਆ ਉਹਨਾਂ ਦੀ ਇਵੈਕੂਏਸ਼ਨ, ਜਦੋਂ ਬਹੁਤ ਸਾਰੀ ਇਵੈਕੂਏਸ਼ਨ ਹੋ ਚੁੱਕੀ ਹੈ। ਪੰਜਾਬ ਦੇ ਕੋਈ ਜਿਹੜੇ ਵਿਦਿਆਰਥੀ ਸੀ ਕੋਈ 900,000 ਦੇ ਆਸ-ਪਾਸ ਦੀ ਗੱਲ ਕੀਤੀ ਜਾਂਦੀ ਹੈ। ਅੱਜ ਮੈਨੂੰ ਰਿਪੋਰਟਸ ਦੇਖ ਰਿਹਾ ਸੀ ਕਿ ਸ਼ਾਇਦ 625 ਤਾਂ ਉਹਨਾਂ 'ਚੋਂ ਵਾਪਸ ਆ ਵੀ ਗਏ ਔਰ ਬਹੁਤ ਸਾਰੀ ਇਵੈਕੂਏਸ਼ਨ ਪ੍ਰੋਸੈਸ ਜਿਹੜਾ ਆਪਰੇਸ਼ਨ ਗੰਗਾ ਚਲਾਇਆ ਹੋਇਆ ਭਾਰਤ ਸਰਕਾਰ ਨੇ, ਜਹਾਜ਼ ਜਾ ਰਹੇ ਨੇ ਉੱਥੋਂ ਪਹੁੰਚ ਰਹੇ ਨੇ, ਇਵੈਕੂਏਟ ਹੋ ਰਿਹਾ, ਉਹ ਕਹਿੰਦੇ ਜੀ ਮੈਂ ਉਹ ਟੇਕ ਅਪ ਕੀਤਾ। ਜਦੋਂ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਗੱਲ ਤੇ ਰੌਲਾ ਪਾ ਲਿਆ, ਫਿਰ ਚੰਨੀ ਸਾਹਿਬ ਸਾਡੇ ਉਦੋਂ ਪਹੁੰਚੇ। ਦੂਸਰਾ ਉਹਨਾਂ ਨੇ ਹੁਣ ਉੱਥੇ ਸਾਰੀਆਂ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਪ੍ਰੋਟੈਸਟ ਹੋ ਰਹੇ ਆ
ਵਾਸੂ ਜੀ ਕਿ ਜਿਹੜਾ BBMB ਦੀ ਰੂਲਸ ਦੇ ਵਿੱਚ ਚੇਂਜ ਕੀਤੀ ਗਈ ਆ ਜੀ ਪੰਜਾਬ ਤੇ ਹਰਿਆਣਾ ਦੇ ਜਿਹੜੀਆਂ ਪਰਮਨੈਂਟ ਸੀਗੀਆਂ ਪੋਜੀਸ਼ਨ, ਪੰਜਾਬ ਨੂੰ ਮੈਂਬਰ ਇਰੀਗੇਸ਼ਨ ਮਿਲਦਾ ਸੀ ਤੇ ਹਰਿਆਣੇ ਨੂੰ ਮੈਂਬਰ ਪਾਵਰ ਮਿਲਦਾ ਸੀ ਭਾਖੜੇ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ। ਜੀ ਉਹਨੇ ਤਰਮੀਮ ਕਰਕੇ ਕਿ ਉਹ ਕੋਈ ਵੀ ਆ ਸਕਦਾ, ਉਹਦੇ ਖਿਲਾਫ ਬਹੁਤ ਰੋਸ ਮੁਜ਼ਾਹਰੇ ਹੋ ਰਹੇ ਆ। ਤੇ ਕਾਂਗਰਸ ਵੱਲੋਂ, ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਉਹਨਾਂ ਵੱਲੋਂ ਉਹ ਜਦੋਂ ਇਹ ਭਖ ਰਿਹਾ ਸੀ ਮਾਮਲਾ, ਉਦੋਂ ਇਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਨਹੀਂ ਸੀ ਆਇਆ। ਕਹਿੰਦੇ ਮੈਂ ਉਹ ਵੀ ਗੱਲ ਕੀਤੀ ਹੈ ਤੇ ਮੈਨੂੰ ਇਹਦੇ 'ਚ ਨਿਆਂ ਦੀ ਗੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਹੈ ਤੇ ਫਿਰ ਉਹਨਾਂ ਨੇ ਬਾਕੀ ਚੋਣਾਂ ਦੀ ਵੀ ਗੱਲ ਆਪਣੀ ਕੀਤੀ ਔਰ ਹੋਰ ਵੀ ਕਹਿੰਦੇ ਜੀ ਮਸਲੇ ਨੇ ਜਿਹੜੇ ਸਟੇਟ ਦੇ ਆ, ਜਿਸ ਤਰ੍ਹਾਂ ਲਾਅ ਐਂਡ ਆਰਡਰ ਬਾਰੇ, ਕਿਉਂਕਿ ਕੱਲ ਪਰਸੋਂ ਹੀ ਫਿਰ ਇੱਕ ਡਰੋਨ ਪਾਕਿਸਤਾਨ ਦਾ ਜਿਹੜਾ BSF ਨੇ ਸਿੱਟਿਆ। ਸੋ ਇਹ ਸਾਰੀਆਂ ਗੱਲਾਂ ਚੰਨੀ ਉਹਨਾਂ ਨੇ ਕਹੀ ਹੈ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੇ ਔਰ ਇਸ ਵੇਲੇ BJP ਦੇ ਅਲਾਇੰਸ ਪਾਰਟਨਰ ਨੇ, ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਪੰਜਾਬ ਲੋਕ ਕਾਂਗਰਸ, ਉਹਨਾਂ ਨੇ NDA ਨਾਲ ਰਲ ਕੇ ਪੰਜਾਬ 'ਚ ਚੋਣਾਂ ਲੜੀਆਂ ਨੇ। ਉਹਨਾਂ ਨੇ ਕਿਹਾ ਜੀ ਇਹ ਜਨਰਲ ਮੀਟਿੰਗ ਸੀ, ਜਨਰਲ ਸਬਜੈਕਟ ਸੀ। ਜਿਹੜੇ ਤਿੰਨੇ ਪਾਰਟੀਆਂ ਜਿਹੜੀਆਂ ਹੈਗੀਆਂ BJP, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ, ਉਹ ਜਿਹੜਾ ਹੈ ਉਹਨਾਂ ਦੀ ਆਪਸ 'ਚ ਜਿਹੜੀ ਹੈ ਪਰਫਾਰਮੈਂਸ ਸੀ ਉਹਦਾ, ਕਿਉਂਕਿ BJP ਨੇ ਪਿਛਲੀ ਦਿਨੀ ਪੰਜਾਬ ਦੇ ਵਿੱਚ ਆਪਣੀ ਐਨਾਲਿਸਿਸ ਕੀਤਾ ਸੀ, ਸਾਰੇ ਕੈਂਡੀਡੇਟਸ ਔਰ ਲੀਡਰਸ ਕੋਲੋਂ ਫੀਡਬੈਕ ਲਿਆ। ਸੋ ਉਹਦੇ ਬਾਰੇ ਕਹਿੰਦੇ ਮੈਂ ਗੱਲ ਕੀਤੀ ਹੈ। ਬਾਕੀ BBMB ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਕਹਿ ਰਹੇ ਕਿ ਮੈਂ ਇਸ ਗੱਲ ਨੂੰ ਫਿਰ ਗ੍ਰਹਿ ਮੰਤਰੀ ਦੇ ਨਾਲ ਗੱਲ ਕੀਤੀ ਹੈ ਕਿ ਬਹੁਤ ਸੈਂਸਿਟਿਵ ਮਾਮਲਾ ਹੈ। ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਵੱਡਾ ਜਿਹੜਾ ਸੀ ਅਸੀਂ ਅਪਰਾਈਜ਼ਿੰਗ ਦੇਖ ਚੁੱਕੇ ਹਾਂ ਔਰ ਫਿਰ ਗੱਲ ਸੰਭਲਦੀ ਨਹੀਂ ਹੁੰਦੀ ਤੇ ਇਹਨੂੰ ਵਿਗੜਨ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਨਿਬੇੜ ਲਿੱਤਾ ਜਾਵੇ। ਸੌਰੀ, ਮੈਂ ਇਹ ਕਹਿਣਾ ਸੀ ਚਰਨਜੀਤ ਚੰਨੀ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਅਮਿਤ ਸ਼ਾਹ ਨੂੰ ਐਡਵਾਈਸ ਕੀਤਾ ਕਿ ਜਿਹੜੇ ਪੁਰਾਣੇ ਰੂਲਸ ਨੇ ਉਹਦੇ ਹਿਸਾਬ ਨਾਲ ਹੀ ਬੋਰਡ ਨੂੰ ਚਲਾਇਆ ਜਾਵੇ। ਜੀ ਤੇ ਪੰਦੇਰ ਸਾਹਿਬ, ਸੁਪਰੀਮ ਕੋਰਟ ਨੇ ਆਪਣੀ ਰਜਿਸਟਰੀ ਨੂੰ ਡਾਇਰੈਕਟ ਕੀਤਾ ਕਿ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਮਾਮਲਾ ਹੈ ਸਜ਼ਾ ਮੁਆਫੀ ਦਾ, ਉਹਦੀ ਹੀਅਰਿੰਗ ਹੁਣ ਕੀਤੀ ਜਾਵੇ। ਕਹਿੰਦੇ ਕਿ ਪਿਛਲੇ 6-7 ਮਹੀਨਿਆਂ ਤੋਂ ਇਹ ਮਾਮਲੇ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ, ਇਹ 'ਤੇ ਸੁਣਵਾਈ ਹੋਈ ਨਹੀਂ। ਹਾਂਜੀ, ਮੈਂ ਥੋੜਾ ਜਿਹਾ ਇਹਨੂੰ ਬੈਕਗਰਾਉਂਡ ਦੇ ਦਿੰਦਾ ਕਿ 31 ਦਸੰਬਰ 1995 ਦੇ ਵਿੱਚ ਜੀ ਪੰਜਾਬ ਔਰ ਹਰਿਆਣਾ ਦਾ ਜਿਹੜਾ ਸਿਵਲ ਸੈਕਟਰੀਏਟ ਆ, ਉਹਦੇ ਜਿਹੜੀ ਐਂਟਰੈਂਸ ਆ ਉੱਥੇ ਐਕਸਪਲੋਜਨ ਹੋਈ ਸੀ, ਜਿਹਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ ਉਹਨਾਂ ਦੇ ਨਾਲ ਕਈ ਸੁਰੱਖਿਆ ਕਰਮੀ ਔਰ ਹੋਰ ਵੀ ਲੋਕੀ 16 ਬੰਦਿਆਂ ਦੀ ਉੱਥੇ ਜਿਹੜੀ ਮੌਤ ਹੋ ਗਈ ਸੀ। ਤੋਂ ਉਸ ਤੋਂ ਬਾਅਦ ਜਗਤਾਰ ਹਵਾਰਾ, ਆਪਣੇ ਪਰਮਜੀਤ ਪਿਓਰਾ, ਸਾਰੇ ਤਾਰਾ ਵਗੈਰਾ ਨੂੰ ਫੜਿਆ ਗਿਆ। ਉਹਨਾਂ ਚੋਂ ਬਲਵੰਤ ਸਿੰਘ ਰਾਜੋਆਣਾ ਜੋ ਉਸ ਵੇਲੇ ਪੰਜਾਬ ਪੁਲਿਸ ਦੇ ਕਾਂਸਟੇਬਲ ਸੀ, ਉਹ ਵੀ ਫੜੇ ਗਏ ਸੀ। ਤੇ ਇਹਨਾਂ ਨੂੰ ਕੋਈ 2007 ਦੇ ਵਿੱਚ ਜਾ ਕੇ ਜਿਹੜੀ ਉਹ ਸਪੈਸ਼ਲ ਕੋਰਟ ਸੀ, ਉਹਨਾਂ ਨੇ ਸਾਰਿਆਂ ਨੂੰ ਸਜ਼ਾ ਮੌਤ ਤੇ 2 ਬੰਦਿਆਂ ਨੂੰ ਉਮਰ ਕੈਦ ਜਾਂ ਛੋਟੀਆਂ ਕੈਦੀਆਂ ਦੇ ਕੇ ਕੇਸ ਬੰਦ ਕੀਤਾ ਸੀ। ਫਿਰ ਜਿਹੜੀਆਂ ਕਈ ਪ੍ਰੈਸ਼ਰ ਕਰਦੇ ਬਾਕੀ ਸਾਰਿਆਂ ਦੀਆਂ ਜਿਨ੍ਹਾਂ ਨੂੰ ਸਜ਼ਾ ਮੌਤ ਹੋਈ ਸੀ ਉਹਨਾਂ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪਰ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੇ ਕੇਸ ਲੜਿਆ ਹੀ ਨਹੀਂ ਸੀ, ਉਹਨਾਂ ਨੇ ਸਿੱਧਾ ਹੀ ਜਾ ਕੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਕੇਸ ਨਹੀਂ ਲੜਨਾ, ਮੈਂ ਇਹ ਜਿਹੜੀ ਅਸੈਸੀਨੇਸ਼ਨ ਹੈ ਇਹ ਮੈਂ ਇਹਦਾ ਰਿਸਪੌਂਸੀਬਲ ਆ। ਉਹਨਾਂ ਨੇ ਹੀ ਪਲੀਡਡ ਗਿਲਟੀ। ਸੋ ਉਹਨਾਂ ਨੂੰ ਜਿਹੜੀ ਡੈਥ ਸੀਗੀ ਪੈਨਲਟੀ, ਉਹ ਉਵੇਂ ਦੀ ਜਿਉਂਦੀ ਤਿਉਂ ਖੜੀ ਆ। ਬਾਕੀ ਦੇ ਜਿਹੜੇ ਇਹਦੇ ਵਿੱਚ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਉਹ ਮੋਸਟਲੀ ਜਾਂ ਤਾਂ ਤਿਹਾੜ ਜੇਲ੍ਹ 'ਚ ਨੇ ਜਾਂ ਜਿਹੜੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਨੇ। ਪਰ ਬਲਵੰਤ ਸਿੰਘ ਰਾਜੋਆਣਾ, ਕਿਉਂਕਿ ਉਹਨਾਂ ਦੇ ਕੁਝ ਮਤਭੇਦ ਨੇ ਜਾਂ ਕੋਈ ਹੋਰ ਗੱਲਾਂ ਹੋਣੀਆਂ, ਵਾਟ ਐਵਰ ਇਟ ਇਜ਼, ਕਿਉਂਕਿ ਗੱਲਾਂ ਸਾਹਮਣੇ ਨਹੀਂ ਆਉਂਦੀਆਂ, ਉਹਨਾਂ ਨੂੰ ਪਟਿਆਲਾ ਜੇਲ੍ਹ 'ਚ ਰੱਖਿਆ ਹੈ। ਸੋ 25 ਸਾਲ ਹੋ ਗਏ ਨੇ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਵੀ ਇਹ ਗੱਲ ਕੀਤੀ ਹੈ ਕਿ ਕਿਉਂਕਿ ਬਾਕੀਆਂ ਦੀਆਂ ਡੈਥ ਸੈਂਟੈਂਸਿਸ ਕਮਿਊਟ ਹੋ ਗਈਆਂ ਨੇ ਔਰ ਬੜੀ ਦੇਰ ਹੋ ਚੁੱਕੀ ਹੈ, 25 ਸਾਲ ਹੋ ਗਿਆ ਤੁਸੀਂ ਇੱਕ ਬੰਦੇ ਨੂੰ ਜੇਲ੍ਹ 'ਚ ਰੱਖਿਆ, ਹੁਣ ਤਾਂ ਤੁਸੀਂ ਉਸ ਡੈਥ ਸੈਂਟੈਂਸ ਨੂੰ ਕਮਿਊਟ ਕਰਕੇ ਲਾਈਫ ਸੈਂਟੈਂਸ ਕਰ ਦਿਓ। ਸੋ ਇਹ ਬਿਲਕੁਲ ਤੁਸੀਂ ਠੀਕ ਕਿਹਾ। ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਕੇਸ ਸੁਣਵਾਈ ਤੇ ਨਹੀਂ ਆਉਂਦਾ, ਇਹਦਾ ਫੈਸਲਾ ਕਰੋ। ਬਲਵੰਤ ਸਿੰਘ ਰਾਜੋਆਣਾ ਵੀ ਕਈ ਵਾਰੀ ਕਹਿ ਚੁੱਕੇ ਆ ਕਿ ਜਿਹੜੀਆਂ ਪਟੀਸ਼ਨਸ ਨੇ ਉਹ ਨਿਬੇੜੋ, ਜੇ ਮੈਨੂੰ ਫਾਂਸੀ ਲਾਉਣੀ ਹੈ ਫਾਂਸੀ ਲਾਓ, ਜਿਹੜਾ ਵੀ ਬਾਕੀ ਦਾ ਫੈਸਲਾ ਕਰਨਾ ਇਸ ਕੇਸ ਨੂੰ ਇੱਕ ਪਾਸੇ ਲਾਓ। ਸੋ ਉਹਦੇ 'ਚ ਜਿਹੜੇ ਹੈਗੇ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ, ਉਹਨਾਂ ਨੇ ਇਸ ਕੇਸ ਨੂੰ ਸੁਣਿਆ
ਤੇ ਉਹਨਾਂ ਨੇ NV ਰਮੰਨਾ ਉਹਨਾਂ ਨੇ ਸੁਣਿਆ ਤੇ ਇਹਦੇ ਰਾਜੋਆਣਾ ਦੇ ਵਾਸਤੇ ਮੁਕਲ ਰੋਹਤਗੀ ਜਿਹੜੇ ਵਕੀਲ ਆ ਉਹ ਪੇਸ਼ ਹੋਏ ਸੀ ਔਰ ਉਹਨਾਂ ਨੇ ਰਮੰਨਾ ਉਹਨਾਂ ਨੇ ਕਿਹਾ ਕਿ ਜਸਟਿਸ ਉਦੇ ਉਮੇਸ਼ ਲਲਿਤ ਉਹਨਾਂ ਦੇ ਬੈਂਚ ਦੇ ਸਾਹਮਣੇ ਇਹਨੂੰ ਜਲਦੀ ਤੋਂ ਜਲਦੀ ਇਸ ਕੇਸ ਨੂੰ ਲਿਆਂਦਾ ਜਾਵੇ ਤੇ ਇਹਦਾ ਨਿਪਟਾਰਾ ਕੀਤਾ ਜਾਵੇ। ਦੇਖੋ ਜੀ ਹੁਣ ਕਦੋਂ ਤਰੀਕ ਪੈਂਦੀ ਜੀ। ਪੰਦੇਰ ਸਾਹਿਬ, ਉਧਰ ਵੈਸਟ ਬੰਗਾਲ ਦੇ ਵਿੱਚ ਬੜਾ ਹੋ ਹੱਲਾ ਹੋਇਆ। ਕਹਿੰਦੇ ਕਿ ਉੱਥੇ ਗਵਰਨਰ ਜੈਦੀਪ ਧਨਕਰ ਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ ਸੀ ਤੇ ਉੱਥੇ ਕਹਿੰਦੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਆਪਣਾ ਜਦੋਂ ਭਾਸ਼ਣ ਦੇਣਾ ਸ਼ੁਰੂ ਕਰਨਾ ਸੀ ਤੇ ਉੱਥੇ BJP ਦੇ MLAs ਵੱਲੋਂ ਬਹੁਤ ਹੋ ਹੱਲਾ ਕੀਤਾ ਗਿਆ ਤੇ ਫਿਰ ਮਮਤਾ ਬੈਨਰਜੀ ਨੂੰ ਹੱਥ ਜੋੜ ਕੇ ਗਵਰਨਰ ਨੂੰ ਬੇਨਤੀ ਕਰਨੀ ਪਈ ਕਿ ਤੁਸੀਂ ਜਿਹੜਾ ਆਪਣਾ ਭਾਸ਼ਣ ਹੈ ਉਹ ਜ਼ਰੂਰ ਦਿਓ ਭਾਵੇਂ ਹੋ ਹੱਲਾ ਮਚ ਰਿਹਾ। ਵਾਸੂ ਜੀ, ਅਸੈਂਬਲੀ ਦੇ ਪ੍ਰੋਸੀਜਰਸ ਨੇ ਸਾਲ ਦਾ ਜਿਹੜਾ ਵੀ ਪਹਿਲਾ ਸੈਸ਼ਨ ਹੁੰਦਾ ਇਹ ਅਸੀਂ ਆਪਣੀਆਂ ਸਿਵਿਕਸ ਸਮਾਜਿਕ ਕਿਤਾਬਾਂ ਦੇ ਵਿੱਚ ਵੀ ਪੜ੍ਹਿਆ ਹੋਣਾ ਜੀ ਕਿ ਜਿਹੜਾ ਹਰ ਸਾਲ ਪਹਿਲਾ ਸੈਸ਼ਨ ਹੁੰਦਾ ਉਹ ਗਵਰਨਰ ਐਡਰੈਸ ਕਰਦੇ ਆ ਔਰ ਉਹਦੇ ਵਿੱਚ ਗਵਰਨਰ ਐਡਰੈਸ ਬੇਸਿਕਲੀ ਕੀ ਹੁੰਦਾ ਕਿ ਗਵਰਨਰ ਨੇ ਆਪਣਾ ਐਡਰੈਸ ਨਹੀਂ ਕੀਤਾ ਹੁੰਦਾ, ਕੈਬਨਿਟ ਨੇ ਤਿਆਰ ਕੀਤਾ ਜਿਹੜੀ ਉਹ ਕੈਬਨਿਟ ਉਹਦੇ ਵਿੱਚ ਆਪਣੀਆਂ ਪਾਲਿਸੀਜ਼ ਦੱਸਦੇ ਆ ਵੀ ਅਸੀਂ ਪਿਛਲੇ ਸਾਲ 'ਚ ਕੀ ਅਚੀਵ ਕੀਤਾ ਤੇ ਅੱਗੇ ਅਸੀਂ ਕੀ ਕਰਨ ਜਾ ਰਹੇ। ਇੱਥੇ BC ਦੇ ਵਿੱਚ ਜੀ ਉਹਨੂੰ ਥਰੋਨ ਸਪੀਚ ਕਹਿੰਦੇ, ਅਸੀਂ ਇੱਥੇ ਕੈਨੇਡਾ ਦੇ ਵਿੱਚ ਉਹਨੂੰ ਥਰੋਨ ਸਪੀਚ ਕਿਹਾ ਜਾਂਦਾ, ਸੋ ਇਟਸ ਦਾ ਇਕੁਇਵਲੈਂਟ ਜੀ। ਹਾਂਜੀ, ਔਰ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਰਾਸ਼ਟਰਪਤੀ ਉਹ ਦੋਨੋਂ ਹਾਊਸਸ ਜਿਹੜੇ ਹੁੰਦੇ ਆ ਉਹਦੇ ਪਾਰਲੀਮੈਂਟ ਦੇ ਉਹਨਾਂ ਨੂੰ ਐਡਰੈਸ ਕਰਦੇ। ਬਿਲਕੁਲ। ਸੋ ਨਾਰਮਲ ਇੱਕ ਅਸੀਂ ਕਹਿ ਸਕਦੇ ਹਾਂ ਰਵਾਇਤ ਹੈ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਕਿ ਗਵਰਨਰ ਦੀ ਇਹ ਸਪੀਚ ਹੁੰਦੀ ਆ ਔਰ ਸਰਕਾਰ ਆਪਣਾ ਇਹ ਰੱਖਦੀ ਹੈ। ਗਵਰਨਰ ਬੇਸ਼ੱਕ ਜਿਹੜੇ ਧਨਖੜ ਸਾਹਿਬ ਨੇ ਉਹ BJP ਦੇ ਅਪਾਇੰਟੀ ਨੇ ਔਰ ਉਹਨਾਂ ਦਾ 36 ਦਾ ਆંકੜਾ ਮਮਤਾ ਬੈਨਰਜੀ ਨਾਲ ਫਸਿਆ। ਮਮਤਾ ਬੈਨਰਜੀ ਤੇ ਉਹ ਇੱਕ ਦੂਜੇ ਤੇ ਤੂੰ ਮੈਂ ਬਹੁਤ ਉਹਨਾਂ ਦੀ ਚੱਲਦੀ ਆ, ਕਦੇ ਟਵਿੱਟਰ ਵਾਲ ਵੀ ਚੱਲਦੀ ਆ ਦੋਹਾਂ ਜਣਿਆਂ ਦੀ, ਸੋ ਖਬਰਾਂ ਉਹਨਾਂ ਦੀਆਂ ਬਣਦੀਆਂ ਰਹਿੰਦੀਆਂ। ਸੋ ਐਤਕੀ ਦਾ ਜਿਹੜਾ ਬਜਟ ਸੈਸ਼ਨ ਸੀਗਾ, ਪਿਛਲੇ ਸਾਲ ਮਮਤਾ ਬੈਨਰਜੀ ਦੀ ਸਰਕਾਰ ਬਣੀ ਸੀ, ਸੋ ਐਤਕੀ ਪਹਿਲਾ ਸਾਲ ਸੀ ਉਹਦਾ ਜੁਆਇੰਟ ਸੈਸ਼ਨ। ਉਦੋਂ ਉਹਨਾਂ ਦੀ ਬਾਈ ਕੈਮਰਲ ਆ, ਉਹਨਾਂ ਦੇ 2 ਲੈਜਿਸਲੇਟਿਵ ਅਸੈਂਬਲੀ ਵੀ ਹੈ, ਲੈਜਿਸਲੇਟਿਵ ਕਾਉਂਸਲ ਵੀ ਹੈ। ਸੋ ਉਹਦੇ 'ਚ ਉਹਨਾਂ ਨੇ ਐਡਰੈਸ ਕਰਨਾ ਸੀ ਤਾਂ ਉਹਨਾਂ ਨੇ ਜਦੋਂ ਸ਼ੁਰੂ ਕੀਤਾ ਆਪਣਾ ਐਡਰੈਸ ਧਨਖੜ ਉਹਨਾਂ ਨੇ ਤਾਂ BJP ਦੇ ਜਿਹੜੇ ਵਰਕਰ ਸੀ ਉਹਨਾਂ ਨੇ ਸਲੋਗਨਿੰਗ ਸ਼ੁਰੂ ਕਰਤੀ, ਇਹ ਉਹ ਫਲਾਨਾ ਬਈ ਜਿਹੜੀ ਆ ਪਿੱਛੇ ਜੇ ਸਿਵਿਕ ਪੋਲ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਕਿ ਤ੍ਰਿਣਮੂਲ ਕਾਂਗਰਸ ਨੇ ਹੁੰਜਾ ਹੀ ਫੇਰਤਾ, ਉਹਦੇ ਤੇ ਇਲਜ਼ਾਮ ਲਾਇਆ ਉਹਦੇ ਤੇ ਕਿ ਧੱਕਾਸ਼ਾਹੀ ਹੋਈ ਆ, ਉਹ ਸਾਰੀ ਦੀ ਸਾਰੀ ਉਹ ਚੱਲਿਆ। ਤੇ ਜਿਹੜੇ ਸੀ ਗਵਰਨਰ ਨੇ ਆਪਣਾ ਐਡਰੈਸ ਪੜ੍ਹੇ ਬਿਨਾਂ ਉੱਥੋਂ ਜਾਣ ਦਾ ਇਰਾਦਾ ਕਰ ਲਿਆ। ਤਾਂ ਫੋਟੋਆਂ ਛਪੀਆਂ ਨੇ, ਵੀਡੀਓਜ਼ ਵੀ ਆ ਰਹੇ ਨੇ ਕਿ ਮਮਤਾ ਬੈਨਰਜੀ ਨੇ ਹੱਥ ਜੋੜ ਕੇ ਗਵਰਨਰ ਨੂੰ ਕਿਹਾ ਵੀ ਇਹ ਤੁਸੀਂ ਆਪਣਾ ਐਡਰੈਸ ਪੜ੍ਹੋ ਤੇ ਇਹ ਜਿਹੜਾ ਗਵਰਨਰ ਨੇ ਫਿਰ ਉਸ ਐਡਰੈਸ ਦੀ ਇੱਕ ਲਾਈਨ ਪੜ੍ਹ ਕੇ ਤੇ ਬਾਕੀ ਦਾ ਕਹਤਾ ਡੀਮ ਟੂ ਹੈਵ ਬੀਨ ਰੈਡ ਲਿਖਿਆ ਹੁੰਦਾ ਜੀ। ਨਾਰਮਲੀ ਕਈ ਤਾਂ ਮੈਂ ਪੰਜਾਬ 'ਚ ਵੀ ਦੇਖਿਆ ਕਈ ਗਵਰਨਰ ਤਾਂ ਸਾਰੇ ਦਾ ਸਾਰਾ ਐਡਰੈਸ ਪੜ੍ਹਦੇ ਆ, ਉਹ ਕਈ ਵਾਰੀ 1.5 2 ਘੰਟੇ ਲੱਗ ਜਾਂਦੇ ਆ, ਪਰ ਇੱਥੇ ਉਹਨਾਂ ਨੇ ਜੀ ਇੱਕ ਲਾਈਨ ਪੜ੍ਹੀ ਡੀਮ ਟੂ ਹੈਵ ਰੈਡ। ਉਸ ਤੋਂ ਬਾਅਦ ਫਿਰ ਇਸ ਦੀ ਸਿਆਸਤ ਹੋਈ ਕਿ ਜਿਹੜੀ ਤ੍ਰਿਣਮੂਲ ਕਾਂਗਰਸ ਆ ਉਹਨਾਂ ਨੇ ਕਿਹਾ ਇਹ BJP ਔਰ ਗਵਰਨਰ ਦਾ ਰਲਿਆ ਮਿਲਿਆ ਇੱਕ ਪਲਾਨ ਸੀਗਾ ਹੰਗਾਮਾ ਕਰਨ ਦਾ ਤੇ ਜਿਹੜੀ ਲੋਕਾਂ ਦੀ ਇਲੈਕਟਿਡ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਉਸ ਨੂੰ ਐਮਬੈਰਸ ਕਰਨ ਦਾ ਇੱਕ ਮੌਕਾ ਬਣਾਇਆ ਸੀ ਕਿ ਦੇਖੋ ਜੀ ਵੀ ਇਸ ਸਰਕਾਰ ਦੇ ਦੌਰਾਨ ਗਵਰਨਰ ਦਾ ਐਡਰੈਸ ਵੀ ਨਹੀਂ ਪੜ੍ਹਿਆ ਜਾ ਸਕਦਾ। ਸੋ ਉਹ ਸਾਰੇ ਦਾ ਸਾਰਾ ਇੱਕ ਪੋਲਿਟਿਕਸ ਦਾ ਇੱਕ ਹੋਰ ਜਿਹੜਾ ਰੰਗ ਹੈ ਭਾਰਤ ਦੀ ਪੋਲਿਟਿਕਸ ਦਾ ਉਹ ਦੇਖਣ ਨੂੰ ਕੱਲ ਵੈਸਟ ਬੰਗਾਲ ਦੀ ਜਿਹੜੀ ਅਸੈਂਬਲੀ ਆ ਉਹ ਦੇਖਣ ਨੂੰ ਮਿਲਿਆ ਜੀ। ਪੰਦੇਰ ਸਾਹਿਬ, ਯੂਕਰੇਨ ਦੇ ਵਿੱਚ ਜੋ ਸਥਿਤੀ ਬਣੀ ਹੈ ਉਹ ਲਗਾਤਾਰ ਉੱਥੇ ਉਸ ਸਥਿਤੀ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਹਾਲਾਂਕਿ ਅੱਜ ਰਸ਼ੀਆ ਨੇ ਇੱਕ ਪ੍ਰਪੋਜ਼ਲ ਸਾਹਮਣੇ ਲਿਆਂਦਾ ਕਿ 5 ਪ੍ਰਮੁੱਖ ਸ਼ਹਿਰਾਂ ਦੇ ਵਿੱਚ ਉਹ ਸੀਜ਼ ਫਾਇਰ ਲਗਾਉਣ ਦਾ ਉਹਨਾਂ ਨੇ ਪ੍ਰਪੋਜ਼ਲ ਦਿੱਤਾ, ਪਰ ਯੂਕਰੇਨ ਵਜੋਂ ਅਜੇ ਤੱਕ ਅਧਿਕਾਰਤ ਤੌਰ ਤੇ ਉਹਨੂੰ ਐਕਸੈਪਟ ਨਹੀਂ ਕੀਤਾ ਗਿਆ। ਹੁਣ ਇਹ ਵੀ ਦੇਖਣ 'ਚ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਲਾਦੀਮਿਰ ਪੁਤਿਨ ਤੇ ਵਲਾਦੀਮਿਰ ਜ਼ੈਲੈਂਸਕੀ ਦੋਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਸੋ ਕੀ ਗੱਲਬਾਤ ਹੋਈ ਜੀ, ਇਹਦੇ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ ਸਰਕਾਰ ਵੱਲੋਂ? ਵਾਸੂ ਜੀ, ਇਹਦੇ 'ਚ ਨਾ ਦੋਨੋਂ ਹੀ ਜਿਹੜਾ ਮੋਦੀ ਦੀ ਟੈਲੀਫੋਨ ਦੇ ਉੱਤੇ ਗੱਲ ਹੋਈ ਹੈ ਪੁਤਿਨ ਔਰ ਜ਼ੈਲੈਂਸਕੀ ਦੇ ਨਾਲ, ਇਸ ਨੂੰ ਮੀਡੀਆ ਨੇ ਕਾਫੀ ਸੀਰੀਅਸਲੀ ਲਿਆ ਜੀ। ਤੇ ਮੋਦੀ ਦਾ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਉਹ ਇਸ ਇਸ਼ੂ ਦੇ ਨਾਲ ਕਨੈਕਟਡ ਨੇ, ਕਿਉਂਕਿ ਪ੍ਰੈਸ਼ਰ ਇੰਟਰਨੈਸ਼ਨਲ ਪ੍ਰੈਸ਼ਰ ਇੰਡੀਆ ਦੇ ਉੱਤੇ ਵੀ ਬੜਾ ਕਿ
ਕੋਈ ਜਿਹੜਾ ਹੈ ਰਸ਼ੀਆ ਦੀ ਮੁਜ਼ੰਮਤ ਕਰੋ, ਪਰ ਜਿਹੜਾ ਇੰਡੀਆ ਆਪਣੇ ਆਪ ਨੂੰ ਨਾਨ ਅਲਾਈਨਡ ਦੇਸ਼ ਦੇ ਹਿਸਾਬ ਦੇ ਨਾਲ ਬਿਹੇਵ ਕਰ ਰਿਹਾ, ਜੋ ਇੱਕ ਪਹਿਲਾਂ ਦੀਆਂ ਸਰਕਾਰਾਂ ਦਾ ਇੱਕ ਪਾਲਿਸੀ ਸੀ, ਜੋ ਮੌਜੂਦਾ ਸਰਕਾਰ ਵੀ ਉਸ ਨੂੰ ਫੋਲੋ ਕਰ ਰਹੀ ਹੈ। ਪਹਿਲਾਂ ਤਾਂ ਮੋਦੀ ਉਹਨਾਂ ਦੀ ਗੱਲ ਜ਼ੈਲੈਂਸਕੀ ਨਾਲ ਗੱਲ ਹੋਈ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਭਾਰਤੀ ਮੂਲ ਦੇ ਨਾਗਰਿਕ ਨੇ, ਸਪੈਸ਼ਲੀ ਵਿਦਿਆਰਥੀ ਨੇ, ਉਹਨਾਂ ਦੀ ਕੀਵ ਔਰ ਆਪਣੇ ਖਾਰਕੀਵ ਦੇ ਵਿੱਚੋਂ ਤਾਂ ਕਾਫੀ ਲੋਕੀ ਇਵੈਕੂਏਟ ਹੋ ਗਏ ਨੇ, ਪਰ ਸੂਮੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕ ਹਾਲੇ ਵੀ ਫਸੇ ਹੋਏ, ਅੰਦਾਜ਼ਨ ਕੋਈ ਸ਼ਾਇਦ 2,500-3 ਹਜ਼ਾਰ ਹਾਲੇ ਵੀ ਉੱਥੇ ਫਸਿਆ ਹੈ, ਤੇ ਕੋਈ 18-19 ਹਜ਼ਾਰ ਤਾਂ ਇਵੈਕੂਏਟ ਹੋ ਚੁੱਕੇ ਨੇ। ਸੋ ਉਹਦੇ ਵਾਸਤੇ ਉਹਨਾਂ ਨੇ ਯੂਕਰੇਨ ਦੀ ਸਰਕਾਰ ਦਾ ਪਹਿਲਾਂ ਤਾਂ ਜਿਹੜੀ ਇਵੈਕੂਏਸ਼ਨ ਹੋਈਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਇਹ ਕਿਹਾ ਜੀ ਸਾਨੂੰ ਇੱਥੋਂ ਵੀ ਇਵੈਕੂਏਸ਼ਨ ਵਾਸਤੇ ਸਾਨੂੰ ਮਦਦ ਦੀ ਲੋੜ ਹੈ, ਜਿਹਦੇ ਵਾਸਤੇ ਜ਼ੈਲੈਂਸਕੀ ਨੇ ਬੜੀ ਰੈਡਲੀ ਕਿਹਾ ਕਿ ਜੀ ਜੋ ਹਾਲਾਤ ਦੇ ਅਨੁਸਾਰ ਹੋ ਸਕਿਆ ਤਾਂ ਅਸੀਂ ਕਰਾਂਗੇ। ਜ਼ੈਲੈਂਸਕੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਫਿਰ ਆਪਣੀ ਗੱਲ ਦੁਹਰਾਈ ਕਿ ਉਹ ਰਸ਼ੀਆ ਦੇ ਉੱਤੇ ਪ੍ਰੈਸ਼ਰ ਪਾਉਣ ਕਿ ਇਸ ਜੰਗ ਨੂੰ ਬੰਦ ਕੀਤਾ ਜਾਵੇ, ਔਰ ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਧੰਨਵਾਦ ਕੀਤਾ ਕਿ ਜਿਹੜੀ ਭਾਰਤ ਨੇ ਹਿਊਮੈਨਿਟੇਰੀਅਨ ਏਡ ਭੇਜੀ ਆ, ਦਵਾਈਆਂ ਜਾਂ ਈਵਨ ਸਮ ਫੂਡ ਆਈਟਮਸ ਨੇ, ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਲੋੜ ਪੈਂਦੀਆਂ ਨੇ ਉੱਥੇ, ਉਹਦੇ ਵਾਸਤੇ ਉਹਨਾਂ ਨੇ ਧੰਨਵਾਦ ਕੀਤਾ। ਜਿਹੜਾ ਭਾਰਤ ਸਰਕਾਰ ਦਾ ਫੋਰਨ ਅਫੇਅਰਸ ਮਿਨਿਸਟਰੀ ਵੱਲੋਂ ਇਹ ਕਿਹਾ ਗਿਆ ਕਿ ਦੋਨੋਂ ਨੇਤਾਵਾਂ ਦੀ ਕੋਈ 30-35 ਮਿੰਟ ਗੱਲ ਹੋਈ ਹੈ, ਉਹ ਬੜੀ ਕਾਫੀ ਸੁਖਾਵੀਂ ਗੱਲ ਹੋਈ ਹੈ ਦੋਨਾਂ ਦੇ ਵਿੱਚ। ਸੋ ਦੇਖੋ ਇੱਧਰ ਕਿੰਨਾ ਹੁੰਦਾ, ਉਧਰ ਅਗੇਨ ਪੁਤਿਨ ਨੇ ਉਹਨਾਂ ਦੇ ਨਾਲ ਗੱਲ ਕਰਕੇ ਜਿਹੜਾ ਸੀਗਾ ਪ੍ਰਧਾਨ ਮੰਤਰੀ ਮੋਦੀ ਉਹਨਾਂ ਵੱਲੋਂ ਫਿਰ ਦੁਹਰਾਇਆ ਗਿਆ ਕਿ ਜੀ ਜਿਹੜੀ ਗੋਲੀਬਾਰੀ ਆ ਉਹ ਬੰਦ ਕੀਤੀ ਜਾਵੇ ਤੇ ਗੱਲਬਾਤ ਟੇਬਲ ਦੇ ਉੱਤੇ ਦੋਨੋਂ ਦੇਸ਼ਾਂ ਨੂੰ ਬੈਠ ਜਾਣਾ ਚਾਹੀਦਾ। ਔਰ ਸ਼ਾਇਦ ਜਿਹੜਾ ਮੇਰੇ ਸੋਰਸਿਸ ਕਹਿ ਰਹੇ ਨੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਆਫਰ ਵੀ ਕੀਤਾ ਕਿ ਭਾਰਤ ਦੋਨੋਂ ਦੇਸ਼ਾਂ ਦੀ ਜਿਹੜੀ ਕੋਈ ਆਪਸ ਕੋਈ ਗੱਲਬਾਤ ਹੈ ਮੀਡੀਏਟ ਕਰਨ ਦੀ ਵਾਸਤੇ ਆਫਰ ਵੀ ਕੀਤਾ ਵੀ ਅਸੀਂ ਤੁਹਾਡੀ ਇਹ ਗੱਲ ਕਰਾ ਸਕਦੇ ਹਾਂ। ਪੁਤਿਨ ਨੇ ਕੀ ਉਹਦਾ ਭਰੋਸਾ ਦਿੱਤਾ ਜਾਂ ਨਹੀਂ ਦਿੱਤਾ ਉਹਦਾ ਨਹੀਂ ਪਤਾ ਲੱਗਿਆ, ਪਰ ਪੁਤਿਨ ਨੇ ਇਹ ਜ਼ਰੂਰ ਕਿਹਾ ਕਿ ਕੁਝ ਜਿਹੜੇ ਫਸੇ ਹੋਏ ਨੇ ਭਾਰਤੀ ਜਿਹੜੇ ਵਿਦਿਆਰਥੀ ਨੇ ਉਹ ਜੇ ਰਸ਼ੀਆ ਵਾਲੇ ਪਾਸੇ ਨੂੰ ਆ ਜਾਂਦੇ ਨੇ, ਅਸੀਂ ਉਹਨਾਂ ਨੂੰ ਇਵੈਕੂਏਟ ਕਰਨ ਦੇ ਵਿੱਚ ਭਾਰਤ ਦੀ ਪੂਰੀ ਮਦਦ ਕਰਾਂਗੇ। ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਭਾਰਤੀ ਵਿਦਿਆਰਥੀ ਨੇ ਜਿਹੜੇ ਇੱਧਰਲੇ ਪਾਸੇ ਈਸਟਰਨ ਬਾਰਡਰ ਵਾਲੇ ਪਾਸੇ ਸੀਗੇ, ਜੋ ਕਈ ਲੋਕੀ ਰਸ਼ੀਆ ਵਾਲੇ ਪਾਸੇ ਵੀ ਇਵੈਕੂਏਟ ਹੋਏ ਨੇ, ਔਰ ਉਹਨਾਂ ਦੀ ਵੀ ਗੱਲ ਕਰਦੇ ਆ। ਤੇ ਜਿਹੜੀ ਪਰ ਇਸ ਸਾਰੀ ਗੱਲ ਦੇ ਵਿੱਚ ਦੌਰਾਨ ਇੱਕ ਬੜੀ ਡਿਸਟਰਬਿੰਗ ਗੱਲ ਇਹ ਆਈ ਹੈ ਕਿ ਇੱਥੇ NGO ਹੈ ਜਾਂ ਇੱਕ ਹੋਰ ਆਰਗੇਨਾਈਜੇਸ਼ਨ ਹੈ ਨੈਲਸਨ ਮੈਂਡੇਲਾ ਫਾਊਂਡੇਸ਼ਨ, ਉਹਨਾਂ ਨੇ ਬਹੁਤ ਜ਼ਬਰਦਸਤ ਇਲਜ਼ਾਮ ਲਗਾਏ ਨੇ ਕਿ ਜਿਹੜੀ ਇਵੈਕੂਏਸ਼ਨ ਹੈ ਉਹਦੇ ਵਿੱਚ ਨਸਲੀ ਜਿਹੜਾ ਹੈਗਾ ਭੇਦਭਾਵ ਦਾ ਬਹੁਤ ਵੱਡਾ ਜਿਹੜਾ ਸੀਗਾ ਜੀ ਵਰਤਾਰਾ ਹੋਇਆ। ਉਹਨਾਂ ਨੇ ਕਿਹਾ ਕਿ ਜਿਹੜੇ ਲਾਈਟ ਕਲਰਡ ਜਾਂ ਬਲੂ ਆਈਡ ਜਾਂ ਬਲੌਂਡ ਹੇਅਰ ਲੋਕੀ ਸੀ ਉਹਨਾਂ ਨੂੰ ਇਵੈਕੂਏਟ ਪਹਿਲਾਂ ਕੀਤਾ ਗਿਆ, ਜੋ ਸਾਊਥ ਏਸ਼ੀਆ ਦੇ ਜਾਂ ਅਫਰੀਕਨ ਨੇਸ਼ਨ ਦੇ ਜਿਹੜੇ ਸਟੂਡੈਂਟ ਸੀਗੇ ਜਿਨ੍ਹਾਂ ਦੀ ਕਲਰਡ ਸਕਿਨ ਆ, ਬਰਾਊਨ ਜਾਂ ਡਾਰਕ ਸਕਿਨ ਆ, ਉਹਨਾਂ ਨੂੰ ਬਾਅਦ ਚੋਂ ਔਰ ਉਹਨਾਂ ਨੂੰ ਜਿਹੜਾ ਹੈਗਾ ਇਲ ਟ੍ਰੀਟ ਵੀ ਕੀਤਾ ਗਿਆ। ਔਰ ਇਹਦੀ ਪੁਸ਼ਟੀ ਜਿਹੜੀ ਹੈ ਜਿਹੜੇ ਸਾਡੇ ਬਹੁਤ ਸਾਰੇ ਵਿਦਿਆਰਥੀ ਹੁਣ ਪੰਜਾਬ 'ਚ ਆ ਰਹੇ ਆ, ਉਹਨਾਂ ਦੀਆਂ ਖਬਰਾਂ ਬਹੁਤ ਸਾਰੀਆਂ ਛਪੀਆਂ ਹੋਈਆਂ ਨੇ ਔਰ ਉਹਨਾਂ ਦੇ ਜਿਹੜੇ ਦੱਸ ਰਹੇ ਆ ਵਿਦਿਆਰਥੀ ਕੀ ਹੋਇਆ, ਔਰ ਉਹ ਕਹਿੰਦੇ ਜੀ ਅਸੀਂ ਉੱਥੇ ਦੀ ਜਿਹੜੀ ਬੇਇੱਜ਼ਤੀ ਆ ਉਹ ਕਦੇ ਨਹੀਂ ਭੁੱਲਾਂਗੇ, ਜੋ ਸਾਡੇ ਨਾਲ ਜਿਹੜਾ ਮਾੜਾ ਬਿਹੇਵੀਅਰ ਹੋਇਆ ਸਪੈਸ਼ਲੀ ਫੌਜੀਆਂ ਵੱਲੋਂ ਔਰ ਜਿਹੜੇ ਬਾਰਡਰ ਦੇ ਉੱਤੇ ਸਿਕਿਉਰਿਟੀ ਗਾਰਡ ਸੀਗੇ। ਔਰ ਉਹ ਇਹ ਵੀ ਕਿਹਾ ਕਿ ਈਵਨ ਜਿਹੜੀਆਂ ਇੰਡੀਅਨ ਅਥਾਰਟੀਜ਼ ਵੱਲੋਂ ਵੀ ਕੁਝ ਲੈਵਲ ਦੇ ਉੱਤੇ ਬਦਸਲੂਕੀ ਹੋਈ ਆ ਉਹ ਅਸੀਂ ਕਦੇ ਨਹੀਂ ਭੁੱਲਾਂਗੇ। ਪੰਦੇਰ ਸਾਹਿਬ, ਅਸੀਂ ਜਾਣਦੇ ਹਾਂ ਕਿ ਯੂਕਰੇਨ ਨੂੰ ਯੂਰਪ ਦੀ ਬ੍ਰੈਡ ਬਾਸਕਟ ਕਿਹਾ ਜਾਂਦਾ। ਹੁਣ ਉੱਥੇ ਜੰਗ ਲੱਗੀ ਹੈ ਤੇ ਰਿਪੋਰਟਸ ਆ ਰਹੀਆਂ ਕਿ ਜਿਹੜੇ ਭਾਰਤ ਦੇ ਵਿੱਚ ਕਣਕ ਪੈਦਾ ਹੁੰਦੀ ਆ ਉਹਦੀ ਡਿਮਾਂਡ ਵੱਧ ਗਈ। ਬਿਲਕੁਲ ਵਾਸੂ ਜੀ, ਅਸੀਂ ਪਹਿਲਾਂ ਦੱਸਿਆ ਸੀ ਯੂਕਰੇਨ ਵਾਰ ਕਰਕੇ ਨਾ ਭਾਰਤ ਦੇ ਸਪੈਸ਼ਲੀ ਪੰਜਾਬ ਦੇ ਕਈ ਬਿਜ਼ਨਸ ਜਿਹੜੇ ਹੈਗੇ ਅਫੈਕਟ ਹੋਇਆ, ਉਹਨਾਂ ਦੀਆਂ ਪੇਮੈਂਟਸ ਫਸ ਗਈਆਂ, ਮਾਲ ਫਸ ਗਿਆ, ਕਈ ਕੁਛ ਆ। ਤੇ ਉੱਤੋਂ ਦੀ ਜਿਹੜੀ ਹੈਗੀ ਆ ਸਟੇਟ ਬੈਂਕ ਆਫ ਇੰਡੀਆ ਜਾਂ ਇੰਡੀਅਨ ਬੈਂਕਸ ਨੇ ਰਸ਼ੀਅਨ ਐਂਟੀਟੀਜ਼ ਦੀਆਂ ਪੇਮੈਂਟਸ ਦੇ ਉੱਤੇ ਰੋਕ ਲਾ ਦਿੱਤੀ ਔਰ ਕਾਫੀ ਵੱਡਾ ਪੰਗਾ ਪਿਆ ਹੈ। ਪਰ ਹੁਣ ਨਾਲ ਦੀ ਨਾਲ ਇਹ ਵੀ ਰਿਪੋਰਟ ਆ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਮੰਨਿਆ ਜਾਂਦਾ ਕਿ ਰਸ਼ੀਆ ਤੇ ਯੂਕਰੇਨ ਦੋਨੋਂ ਰਲ ਕੇ ਕੋਈ ਜਿਹੜਾ ਹੈਗਾ ਯੂਰਪ ਔਰ ਵੈਸਟਰਨ ਵਰਲਡ ਦੀ 40% ਵੀਟ ਪ੍ਰੋਵਾਈਡ ਕਰਦੇ ਸੀ ਜੀ,
ਔਰ ਹੁਣ ਉੱਥੇ ਕਿਉਂਕਿ ਇੰਨੀ ਜੰਗ ਲੱਗੀ ਹੋਈ ਹੈ, ਸੋ ਸਵੇਰੇ ਉੱਠ ਕੇ ਜਿਹੜਾ ਬ੍ਰੈਡ ਦੀ ਇੱਕ ਟੁਕੜਾ ਖਾਣਾ ਉਹ ਸ਼ਾਇਦ ਆਉਣ ਵਾਲੇ ਦਿਨਾਂ 'ਚ ਮਹਿੰਗਾ ਨਾ ਹੋ ਜਾਏ ਜਾਂ ਮੁਸ਼ਕਿਲ ਨਾ ਹੋ ਜਾਏ। ਯੂਰਪ ਦੇ ਬਹੁਤ ਸਾਰੇ ਟਰੇਡਰ ਜਿਹੜੇ ਮਲਟੀਨੈਸ਼ਨਲ ਕੰਪਨੀਜ਼ ਨੇ, ਉਹਨਾਂ ਨੇ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਕੀਤਾ, ਔਰ ਇਹ ਕੰਪਨੀ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਕੰਟੈਕਟ ਕੀਤਾ ਜਿਹੜੀਆਂ ਵੱਡੇ ਘਰਾਣੇ ਸੀ, ਔਰ ਉਹਨਾਂ ਘਰਾਣਿਆਂ ਦੇ ਵਿੱਚ ਇਹ ਹੈਗਾ ਜੀ ITC ਹੈ, ਕਾਰਗਿਲ ਹੈ, ਅਡਾਨੀ ਗਰੁੱਪ ਹੈ, ਆਸਟ੍ਰੇਲੀਅਨ ਵੀਟ ਬੋਰਡ ਹੈ। ਇਹਨਾਂ ਨੇ ਸਾਰਿਆਂ ਨੇ ਆ ਕੇ ਪੰਜਾਬ ਦੇ ਕਈ ਲੋਕਾਂ ਨੂੰ ਖੰਨੇ ਦੇ ਵਿੱਚ ਜਿਹੜੇ ਸੀਗੇ ਆੜ੍ਹਤੀਏ ਉਹਨਾਂ ਨਾਲ ਗੱਲ ਕੀਤੀ ਹੈ, ਤੇ ਉਹਦੇ ਚ ਕਹਿੰਦੇ ਜੀ ਆਲਰੇਡੀ ਇਸ ਵੇਲੇ ਜਿਹੜੀ ਸਟੋਰਡ ਜਿਹੜੀ ਆੜ੍ਹਤੀਆਂ ਦੇ ਕੋਲੇ ਕਣਕ ਪਈ ਆ ਉਹਦੀ 100 ਰੁਪਏ ਪਰ ਕੁਇੰਟਲ ਜਿਹੜੀ ਹੁਣ ਆਊਟਫਲੋ ਆ ਉਹਦਾ ਵੱਧਦੇ ਰੇਟ ਦੇ ਉੱਤੇ ਜਾਣੀ ਸ਼ੁਰੂ ਹੋ ਚੁੱਕੀ ਹੈ। ਸੋ ਦੇਖੋ ਜੀ ਇਹਦੇ ਵਿੱਚ ਕਾਫੀ ਇੱਕ ਗੱਲ ਕਰਦੇ ਹਾਂ ਵੀ ਕਿਸੇ ਦੀ ਜਿਹੜਾ ਕ੍ਰਾਈਸਿਸ ਆ ਕਿਸੇ ਹੋਰ ਵਾਸਤੇ ਕਿਸ ਤਰ੍ਹਾਂ ਵਰਦਾਨ ਬਣ ਜਾਂਦਾ, ਇਹ ਵੀ ਸਾਹਮਣੇ ਬਣ ਜਾਂਦਾ, ਔਰ ਕਿਤੇ ਕ੍ਰਾਈਸਿਸ ਕਿਤੇ ਹੁੰਦਾ ਤੇ ਸੱਟ ਕਿਤੇ ਹੋਰ ਵੱਜਦੀ ਹੈ। ਉਹ ਜੰਗ ਦੇ ਇਹ ਅਲੱਗ-ਅਲੱਗ ਪਹਿਲੂ ਹੁੰਦੇ ਆ ਜਿਹੜੇ ਸਾਹਮਣੇ ਆਉਂਦੇ ਆ। ਇਸ ਲਈ ਕਿਹਾ ਜਾਂਦਾ ਜਿਹੜੀ ਜੰਗ ਹੁੰਦੀ ਹੈ ਉਹਦਾ ਕਈ ਲੋਕਾਂ ਨੂੰ ਤਾਂ ਨੁਕਸਾਨ ਬਹੁਤ ਹੁੰਦਾ, ਕਈਆਂ ਦਾ ਜਾਨੀ ਨੁਕਸਾਨ, ਕਈਆਂ ਦਾ ਮਾਲੀ ਨੁਕਸਾਨ, ਤੇ ਕਈਆਂ ਨੂੰ ਫਾਇਦਾ ਵੀ ਦੇ ਜਾਂਦੀ ਹੈ। ਔਰ ਕਈ ਲੋਕੀ ਇੱਥੇ ਕਹਿੰਦੇ ਨੈਵਰ ਮਿਸ ਜਿਹੜਾ ਹੈਗਾ ਬੈਨੀਫਿਟਿੰਗ ਫਰੋਮ ਅ ਕ੍ਰਾਈਸਿਸ। ਸੋ ਕੀ ਇਹ ਭਾਰਤ ਜਾਂ ਪੰਜਾਬ ਦੀ ਕਣਕ, ਜਿਸ ਨੂੰ ਕਿਹਾ ਜਾਂਦਾ ਸੀ ਕਿ ਪੰਜਾਬ ਨੂੰ ਕਣਕ ਔਰ ਜਿਹੜੇ ਹੈਗੇ ਆ ਪੈਡੀ ਦੀ ਫਸਲੀ ਚੱਕਰ ਚੋਂ ਬਾਹਰ ਆਉਣਾ ਚਾਹੀਦਾ, ਇੱਕ ਜੰਗ ਜਿਹੜੀ 10-15 ਦਿਨਾਂ ਦੀ ਹਾਲੇ ਹੋਈ ਨਹੀਂ ਹੈ, ਉਹਦੇ ਨਾਲ ਦੁਨੀਆ 'ਚ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ। ਸੋ ਜੋ ਮਾਹਰ ਕਹਿੰਦੇ ਨੇ ਜੀ ਕਿ ਫਸਲੀ ਚੱਕਰ ਬਦਲ ਦੇਣੇ ਚਾਹੀਦੇ, ਉਹਦੇ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਿਹਾ। ਪੰਦੇਰ ਸਾਹਿਬ, ਮੈਂ ਕੱਲ ਖਬਰ ਪੜ੍ਹ ਰਿਹਾ ਸੀ ਕਿ ਐਤਵਾਰ ਨੂੰ ਅੰਮ੍ਰਿਤਸਰ ਦੇ ਵਿੱਚ BSF ਦਾ ਖਾਸਾ ਹੈੱਡਕੁਆਟਰਸ ਹੈਗੇ ਆ, ਉੱਥੇ ਇੱਕ ਜਵਾਨ ਨੇ ਆਪਣੇ 4 ਸਾਥੀਆਂ ਤੇ ਗੋਲੀਆਂ ਚਲਾਈਆਂ ਤੇ ਇਸ ਹਾਦਸੇ ਵਿੱਚ ਉਹ ਆਪ ਵੀ ਤੇ 4 ਉਹਦੇ ਸਾਥੀ ਮਾਰੇ ਗਏ। ਤੇ ਹੁਣ ਖਬਰਾਂ ਆ ਰਹੀਆਂ ਕਿ ਉਹਨਾਂ ਵਿੱਚੋਂ ਜਿਹੜੇ ਮਾਰੇ ਗਏ ਜਵਾਨ ਨੇ ਉਹਨਾਂ ਚੋਂ 2 ਰਿਟਾਇਰਮੈਂਟ ਦੇ ਬਿਲਕੁਲ ਨੇੜੇ ਸਨ। ਹਾਂਜੀ, ਬਹੁਤ ਜਿਹੜਾ ਹੈਗਾ ਦੁਖਦਾਈ ਇਨਸੀਡੈਂਟ ਹੋਇਆ, ਤੇ ਨਾਲ ਹੀ ਮੈਂ ਦੱਸ ਦਿਆਂ ਇਕੱਲਾ ਉੱਥੇ ਨਹੀਂ ਹੋਇਆ, ਮੇਰੇ ਨੂੰ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਕਿ ਸ਼ਾਇਦ ਇੱਕ ਇਨਸੀਡੈਂਟ ਵੈਸਟ ਬੰਗਾਲ ਜਿਹੜਾ ਹੈਗਾ ਉਹ ਬੰਗਾਲ ਦੇ ਵਿੱਚ ਵੀ ਹੋਇਆ, ਜਿੱਥੇ 2 BSF ਜਵਾਨ ਲੜ ਪਏ ਆਪਸ ਵਿੱਚ, ਇੱਕ ਦੂਜੇ ਨੂੰ ਗੋਲੀ ਮਾਰ ਕੇ ਉਹਨਾਂ ਨੇ ਇੱਕ ਦੂਜੇ ਦੀ ਜੀਵਨ ਲੀਲਾ ਖਤਮ ਕਰਤੀ। ਇਹ ਵੀ ਇਹੋ ਜਿਹੇ ਇਨਸੀਡੈਂਟ ਹੋ ਰਿਹਾ। ਆਈ ਥਿੰਕ ਪ੍ਰੈਸ਼ਰ ਬਹੁਤ ਹੈ ਇਹਦੇ ਉੱਪਰ। ਬੇਸ਼ੱਕ BSF ਨੇ ਜਿਹੜਾ ਖਾਸੇ ਵਾਲਾ ਇਨਸੀਡੈਂਟ ਕਿਹਾ ਕਿ ਇਹਦਾ ਕਾਰਨ ਇਹ ਨਹੀਂ ਹੈ ਕਿ ਉਹਨੂੰ ਕੋਈ ਉਹਦੀ ਲੀਵ ਰਿਫਿਊਜ਼ ਕੀਤੀ ਗਈ, ਇਹੋ ਜਿਹੀ ਪਰ ਹੁਣ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਬੜੀ ਕਾਫੀ ਡਿਟੇਲ ਦੇ ਵਿੱਚ, ਉਹਦੇ 'ਚ ਇਹ ਆ ਰਿਹਾ ਕਿ ਜਿਹੜਾ ਇਹ ਜਵਾਨ ਸੀਗਾ ਇਹਦਾ ਨਾਮ ਆਈ ਥਿੰਕ ਆਈ ਡੋਂਟ ਨੋ ਮੈਂ ਉਹਨੂੰ ਪ੍ਰੋਪਰਲੀ ਪ੍ਰੋਨਾਊਂਸ ਕਰ ਸਕੂੰਗਾ, ਸਤੇਪਾ ਐਸ ਕਿਲਾਰਾਗੀ। ਇਹ ਡਿਪਰੈਸ਼ਨ ਦਾ ਸ਼ਿਕਾਰ ਸੀ ਔਰ ਇਹਨੇ ਆਪਣੇ ਨਿਹੱਥੇ ਸਾਥੀਆਂ ਦੇ ਉੱਤੇ ਗੋਲੀ ਚਲਾਤੀ। 4 ਉੱਥੇ ਥਾਂ ਤੇ ਦਮ ਤੋੜ ਗਏ, ਔਰ ਹੁਣ ਜਿਹੜੇ ਉੱਥੋਂ ਦੀ ਇਨਵੈਸਟੀਗੇਸ਼ਨ ਟੀਮ ਆ ਉਹ ਇਹ ਕਹਿ ਰਹੀ ਹੈ ਕਿ ਉਹਦੀ ਆਪਣੀ ਹੀ ਗੋਲੀ ਜਿਹੜੀ ਹੈਗੀ ਆ ਉਹ ਰਿਕੋਸ਼ਟ ਕਰਕੇ ਉਹਨੂੰ ਹੀ ਵੱਜੀ, ਔਰ ਇਹ ਐਸਟੈਬਲਿਸ਼ ਹੋ ਚੁੱਕਿਆ ਵੀ ਉਹਦੇ ਹੀ ਵੈਪਨ ਤੋਂ ਫਾਇਰ ਹੋਈ ਗੋਲੀ ਸੀ, ਵੀ ਉਹਨੂੰ ਹੋਰ ਕਿਸੇ ਨੇ ਨਹੀਂ ਮਾਰਿਆ। ਸੋ 5 ਬੰਦੇ ਮਰੇ ਗਏ, ਉਹਨਾਂ ਦੇ ਵਿੱਚੋਂ 2 ਜਿਹੜੇ ਸੀ ਰਾਮ ਵਿਨੋਦ ਤੇ ਰਤਨ ਚੰਦ, ਉਹ 2 ਦਿਨਾਂ ਦੇ ਵਿੱਚ ਹੀ ਰਿਟਾਇਰ ਹੋਣ ਵਾਲੇ ਸੀ। ਉਹਨਾਂ ਨੇ 2 ਦਿਨਾਂ ਬਾਅਦ ਰਿਟਾਇਰ ਹੋ ਜਾਣਾ ਸੀ। ਇੱਕ ਦਾ ਤਾਂ ਬੇਟਾ ਵੀ ਉੱਥੇ ਆਇਆ ਸੀ, ਔਰ ਉਹ ਆਪਣੇ ਬੇਟੇ ਨੂੰ ਉਸ ਦਿਨ ਸ਼ਾਮ ਨੂੰ ਜਿਹੜੀ ਸੀਗੀ BSF ਦੀ ਜਿਹੜੀ ਵਾਘਾ ਅਟਾਰੀ ਬਾਰਡਰ ਦੇ ਉੱਤੇ ਰਿਟਰੀਟ ਸੈਰੇਮਨੀ ਹੁੰਦੀ ਆ, ਉਹ ਵੀ ਦਿਖਾਉਣ ਜਾਣਾ ਸੀ, ਤੇ ਉਹ ਸਾਰੀ ਔਰ ਆਪਣੇ ਬੇਟੇ ਨੂੰ ਦਿਖਾਉਣ ਵਾਸਤੇ ਜਿਹੜਾ ਹੈਗਾ ਉਹ ਲੈ ਕੇ ਆਇਆ ਸੀ, ਔਰ ਜਿਹੜੀ ਆਪਣੀ ਸਾਰੀ ਦੀ ਸਾਰੀ ਰਿਟਾਇਰਮੈਂਟ ਦਾ ਪ੍ਰੋਸੀਜਰ ਹੈ, ਕਿਸ ਤਰ੍ਹਾਂ ਰਿਟਾਇਰ ਹੁੰਦਾ, ਉਹ ਆਪਣੇ ਬੇਟੇ ਨੂੰ ਉਸ ਨੂੰ ਵਿਟਨੈਸ ਕਰਨ ਵਾਸਤੇ ਦੇਖਣਾ ਚਾਹੁੰਦੇ ਸੀ। ਪਰ ਹੁਣ ਇਹ ਜਿਹੜੀ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਇਨਵੈਸਟੀਗੇਸ਼ਨ ਟੀਮ ਹੈ ਔਰ ਉਹਨਾਂ ਨੇ ਜਿਹੜਾ ਇਹ ਕਿਲਾ ਰਾਗੀ ਦੀ ਜਿਹੜੀ ਪੋਜੈਸ਼ਨ 'ਚ ਫਰੋਲੇ ਆ, ਉਹਦੇ ਵਿੱਚੋਂ ਐਂਟੀ ਡਿਪਰੈਸੈਂਟ ਪਿਲਜ਼, ਸਲੀਪਿੰਗ ਪਿਲਜ਼ ਵਗੈਰਾ ਵੀ ਉਹਦੀਆਂ ਹੋਈਆਂ ਨੇ, ਔਰ ਸਰਕਾਰ ਕੋਲੇ ਇਹਨਾਂ ਦੀ ਜਿਹੜੀ ਡਾਕਟਰੀ ਰਿਕਾਰਡ ਸੀ ਉਹਦੇ ਵਿੱਚ ਡਿਪਰੈਸ਼ਨ ਦਾ ਉਸਦੇ ਕੋਲੇ ਕੋਈ ਹੈ ਨਹੀਂ ਸੀ। ਸੋ ਦੇਖੋ ਜੀ, ਇਹ ਬੜਾ ਦੁਖਦਾਈ ਇਨਸੀਡੈਂਟ ਹੁੰਦੇ ਨੇ। BSF
ਜਿਹੜੀ ਹੈਗੀ ਆ ਤੁਹਾਡੀ ਫਰੰਟ ਫੋਰਸ ਆ ਫਰੰਟੀਅਰ ਦੇ ਉੱਤੇ ਲੱਗੀ ਹੋਈ ਹੈ, ਉਹਦੇ ਵਿੱਚ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ, ਉਹਦੇ ਨਾਲ ਕਾਫੀ ਜਿਹੜੀ ਹੈਗੀ ਆ ਸੈਟਬੈਕ ਫੋਰਸਿਸ ਦੇ ਜਾਂ ਯੂਨੀਫਾਰਮ ਫੋਰਸਿਸ ਦੇ ਮੋਰਲ ਨੂੰ ਹੁੰਦਾ, ਔਰ ਜਿਹੜੀ ਦੇਸ਼ ਦੀ ਰੱਖਿਆ ਹੈ ਡਿਫੈਂਸ ਆ ਉਹ ਵੀ ਕੰਪਰੋਮਾਈਜ਼ ਹੁੰਦੀ ਹੈ ਜੀ। ਪੰਦੇਰ ਸਾਹਿਬ, ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ, ਕਹਿੰਦੇ ਕਿ ਜਿਹੜੇ ਲੋਕਾਂ ਨੇ ਨਕਲੀ ਡੈਥ ਸਰਟੀਫਿਕੇਟ ਜਮ੍ਹਾਂ ਕਰਾ ਕੇ ਸਰਕਾਰ ਕੋਲੋਂ ਕੋਵਿਡ-19 ਵਾਲਾ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਉਸ ਮਾਮਲੇ ਦੀ ਅਸੀਂ ਜਾਂਚ ਕਰਵਾ ਲੈਣੀ ਹੈ। ਇਹ ਵੱਡਾ ਇੱਕ ਸਕੈਂਡਲ ਬਣਦਾ ਜਾ ਰਿਹਾ ਜਿਹੜਾ ਆਪਣੇ ਵਾਸੂ ਜੀ, ਕਿ ਜਿਹੜੀ ਕੋਵਿਡ ਦੀਆਂ ਡੈਥਸ ਦੇ ਬਾਰੇ ਜਿਹੜੇ ਨਕਲੀ ਸਰਟੀਫਿਕੇਟ ਬਣ ਰਹੇ ਨੇ, ਬਹੁਤ ਜਗ੍ਹਾ ਦੇ ਡਾਕਟਰਾਂ ਤੋਂ ਵੀ ਬਣਾ ਕੇ ਲੈ ਜਾਂਦੇ, ਹਾਂਜੀ ਇਹਨੂੰ ਕੋਵਿਡ ਹੋ ਗਿਆ ਜੀ ਤਾਂ ਮਰ ਗਿਆ, ਤੇ ਅਲੱਗ-ਅਲੱਗ ਜਗ੍ਹਾ ਤੋਂ ਮੁਆਵਜ਼ੇ ਮਿਲ ਰਹੇ ਆ, ਕਿਤੋਂ ਜਿਹੜਾ ਹੈਗਾ 50,000 ਤੋਂ ਲੈ ਕੇ 8 ਲੱਖ ਤੱਕ ਜਾਂਦੇ ਆ ਮੁਆਵਜ਼ੇ, 2 ਲੱਖ ਤੱਕ, ਔਰ 8 ਲੱਖ ਇਹ ਐਪਲੀਕੇਸ਼ਨ ਦੀ ਗੱਲ ਆ ਰਹੀ ਆ, ਜਿਹਦੇ ਵਿੱਚ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਇਹਨਾਂ 'ਚੋਂ ਬਹੁਤ ਸਾਰੀਆਂ ਸਸਪੀਸ਼ੀਅਸ ਨੇ। ਸੋ ਕੀ ਜਦੋਂ ਜਿਹੜੀ ਇਹ ਪਹਿਲਾਂ ਵੀ ਸੀਗਾ ਜਿਹੜੀ ਲੋਕਾਂ ਦੇ ਥੋੜੀ ਜਿਹੀ ਫੰਬਲਿੰਗ ਦੇ ਵਾਸਤੇ ਜਿਹੜਾ ਰਿਕਾਰਡ ਆ ਉਹਦੇ ਵਿੱਚ ਇਹ ਹੈ ਕਿ 6 ਲੱਖ ਦੇ ਆਸ-ਪਾਸ ਲੋਕੀ ਮਰੇ ਤੇ ਐਪਲੀਕੇਸ਼ਨਾਂ 8 ਲੱਖ ਪਈਆਂ। ਸੋ ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੂੰ ਕਾਫੀ ਇਹਦੇ ਉੱਤੇ ਚਿੰਤਾ ਹੋਈ ਹੈ ਵੀ ਇਹ ਕਿਸ ਤਰ੍ਹਾਂ ਹੋ ਸਕਦਾ। ਹੁਣ ਫਿਗਰਸ ਕਿਹੜੀਆਂ ਨੇ, ਜਾਂ ਤਾਂ ਫਿਗਰਸ ਅੰਡਰ ਰਿਪੋਰਟ ਹੋਈਆਂ ਨੇ ਜਾਂ ਫਿਰ ਇਹ ਸਕੈਂਡਲ ਆ। ਸੋ ਸੁਪਰੀਮ ਕੋਰਟ ਨੇ ਇਸ ਗੱਲ ਦੇ ਉੱਤੇ ਉਹਨਾਂ ਨੇ ਆਪਣਾ ਹੀ ਕਿਹਾ ਕਿ ਜੀ ਸਾਡਾ ਜਿਹੜਾ ਆਰਡਰ ਸੀ, ਪ੍ਰੀਵੀਅਸ ਆਰਡਰ ਸੀ, ਅਸੀਂ ਕਿਹਾ ਸੀ ਸਰਕਾਰ ਨੂੰ ਕਿ ਤੁਸੀਂ ਐਕਸਗ੍ਰੇਸ਼ੀਆ ਰਿਲੀਫ ਦਿਓ, ਔਰ ਲੋਕਾਂ ਨੇ ਜਿਹੜੇ ਹੈਗੇ ਜਾਲੀ ਸਰਟੀਫਿਕੇਟ ਬਣਾਉਣੇ ਸ਼ੁਰੂ ਕਰਤੇ। ਸੋ ਉਹਨਾਂ ਨੇ ਜੀ ਨੋਟਿਸ ਕੀਤਾ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ, ਜਸਟਿਸਿਸ MR ਸ਼ਾਹ ਤੇ BV ਨਾਗਾ ਰਤਨਾ, ਉਹਨਾਂ ਨੇ ਕਿਹਾ ਜੀ ਇਹ ਸੈਂਟਰ ਸਰਕਾਰ ਸਾਨੂੰ ਦੱਸੇ ਇਹਦੇ ਬਾਰੇ, ਇਸ ਫਰਾਡ ਨੂੰ ਜਿਹੜਾ ਸਟੇਟਸ 'ਚ ਵੀ ਹੋ ਰਿਹਾ ਇਹਨੂੰ ਰੋਕਣ ਵਾਸਤੇ ਕੀ ਜਿਹੜੇ ਹੈਗੇ ਆ ਉਹਨੂੰ ਸਟੈਪਸ ਲਏ ਜਾ ਰਹੇ ਹੈ, ਨਹੀਂ ਤਾਂ ਫਿਰ ਸੁਪਰੀਮ ਕੋਰਟ ਕੋਲੇ ਹੋਰ ਕੋਈ ਚਾਰਾ ਨਹੀਂ ਰਹੂਗਾ ਕਿ ਅਸੀਂ ਇਹਦੀ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਇੱਕ ਇਨਵੈਸਟੀਗੇਸ਼ਨ ਕਰਾਵਾਂਗੇ, ਪ੍ਰੋਬ ਕਰਵਾਵਾਂਗੇ ਜੀ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹੁਣ ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ ਜੀ।